ਹੈਲੋ एवरीवन। ਹੁਣ ਅਸੀਂ ਕਰ ਰਹੇ ਹਾਂ ਸਾਡਾ ਬੀਐਡ ਫਸਟ ਈਅਰ ਦਾ ਜੋ ਇੱਕ ਟੀਚਿੰਗ ਸਬਜੈਕਟ ਹੈ ਟੀਚਿੰਗ ਆਫ ਪੰਜਾਬੀ, ਜਿਹਦੇ ਵਿੱਚ ਅਸੀਂ ਪਿਛਲੇ ਜਿਹੜੇ ਲੈਕਚਰ ਕੀਤੇ ਸੀ ਉਹਦੇ ਵਿੱਚ ਅਸੀਂ ਮਾਈਕਰੋ ਟੀਚਿੰਗ ਨੂੰ ਲੈ ਕੇ ਜਿਹੜੀਆਂ ਟੀਚਿੰਗ ਸਕਿੱਲਸ ਸੀਗੀਆਂ ਉਹ ਕੀਤੀਆਂ ਤੇ ਹੁਣ ਅਸੀਂ ਅੱਜ ਦੇ ਲੈਕਚਰ ਵਿੱਚ ਸਾਡਾ ਨਵਾਂ ਟੌਪਿਕ ਉਹ ਸਟਾਰਟ ਕਰਨ ਜਾ ਰਹੇ ਹਾਂ। ਇਹ ਸਾਡੀ ਸੈਕੰਡ ਯੂਨਿਟ ਚੱਲ ਰਹੀ ਆ। ਤਾਂ ਸਾਡਾ ਅੱਜ ਦਾ ਜਿਹੜਾ ਟੌਪਿਕ ਰਹੂਗਾ ਉਹ ਹੋਊਗਾ ਲੈਂਗੁਏਜ ਐਕਟੀਵਿਟੀਜ਼, ਕਿ ਜਿਹੜੀ ਭਾਸ਼ਾ ਕਿਰਿਆਵਾਂ ਨੇ ਉਹ ਕੀ ਹੁੰਦੀਆਂ ਨੇ ਤੇ ਸਾਨੂੰ ਪੰਜਾਬੀ ਭਾਸ਼ਾ ਅਧਿਆਪਨ ਵਿੱਚ ਤੇ ਸਾਡੀਆਂ ਜਿਹੜੀਆਂ ਇਹ ਲੈਂਗੁਏਜ ਐਕਟੀਵਿਟੀਜ਼ ਨੇ, ਜਿਹੜੀਆਂ ਭਾਸ਼ਾ ਕਿਰਿਆਵਾਂ ਨੇ ਉਹ ਕਿਵੇਂ ਸਾਡੀ ਸਹਾਇਤਾ ਕਰਦੀਆਂ ਨੇ ਕਿ ਅਸੀਂ ਬੱਚਿਆਂ ਨੂੰ ਜਿਹੜੀ ਪੰਜਾਬੀ ਭਾਸ਼ਾ ਉਹਦਾ ਸਾਹਿਤ ਉਹਦੇ ਬਾਰੇ ਜਾਣਕਾਰੀ ਦੇਈਏ ਤੇ ਉਹਦੀ ਭਾਸ਼ਾ ਉੱਪਰ ਹੈ ਜਿਹੜੀ ਉਹ ਪਕੜ ਬਣਾਈਏ। ਪੰਜਾਬੀ ਅਧਿਆਪਨ ਦੁਆਰਾ ਵਿਦਿਆਰਥੀਆਂ ਨੂੰ ਜਿਹੜਾ ਭਾਸ਼ਾ ਦਾ ਮੌਲਿਕ ਰੂਪ ਹੈ ਤੇ ਜਿਹੜਾ ਲਿਖਿਤ ਰੂਪ ਹੈ, ਮੌਲਿਕ ਰੂਪ ਹੋ ਗਿਆ ਮਤਲਬ ਬੋਲਚਾਲ ਦੀ ਭਾਸ਼ਾ, ਉਹਨੂੰ ਮੂਲ ਰੂਪ ਵੀ ਕਿਹਾ ਜਾਂਦਾ ਗਾ। ਮੌਲਿਕ ਰੂਪ ਤੇ ਉਹਦਾ ਜਿਹੜਾ ਲਿਖਿਤ ਰੂਪ ਹੈ ਉਹਦੇ ਨਾਲ ਜਿਹੜੀ ਜਾਣਕਾਰੀ ਕਰਵਾਈ ਜਾਂਦੀ ਆ, ਵਿਧੀ ਪੂਰਵਕ ਉਹਦਾ ਗਿਆਨ ਆ ਜਿਹੜਾ ਉਹ ਦਿੱਤਾ ਜਾਂਦਾ ਗਾ। ਤਾਂ ਜਿਹਦੇ ਵਿੱਚ ਵੱਖ-ਵੱਖ ਜਿਹੜੀਆਂ ਭਾਸ਼ਾਵਾਂ ਦੀਆਂ ਕਿਰਿਆਵਾਂ ਨੇ, ਭਾਸ਼ਾ ਦੀਆਂ ਕਿਰਿਆਵਾਂ ਉਹ ਬਹੁਤ ਹੀ ਜਿਹੜਾ ਆਪਣਾ ਯੋਗਦਾਨ ਦਿੰਦੀਆਂ ਨੇ ਤੇ ਉਹਨਾਂ ਨੂੰ ਇਸ ਯੋਗ ਬਣਾਇਆ ਜਾਂਦਾ ਹੈ ਵਿਦਿਆਰਥੀਆਂ ਨੂੰ ਕਿ ਉਹ ਸ਼ੁੱਧ ਭਾਸ਼ਾ ਬੋਲ ਸਕਣ, ਸ਼ੁੱਧ ਭਾਸ਼ਾ ਲਿਖ ਸਕਣ। ਮਤਲਬ ਕਿ ਉਹ ਭਾਸ਼ਾ ਦਾ ਮੌਲਿਕ ਰੂਪ ਤੇ ਭਾਸ਼ਾ ਦਾ ਜਿਹੜਾ ਲਿਖਤੀ ਰੂਪ ਆ ਉਹਦੇ ਵਿੱਚ ਪ੍ਰੋਪਰ ਸ਼ੁੱਧਤਾ ਉਹਨਾਂ ਦੀ ਆ ਜਾਵੇ, ਉਹਨਾਂ ਦੀ ਬੋਲਚਾਲ ਵਿੱਚ ਆ ਜਾਵੇ, ਉਹਨਾਂ ਦੀ ਜਿਹੜੀ ਲਿਖਾਈ ਆ ਉਹਦੇ ਵਿੱਚ ਆ ਜਾਵੇ, ਉਹਦਾ ਜਿਹੜਾ ਉਚਾਰਨ ਹੈ ਉਹ ਸ਼ੁੱਧ ਹੋ ਜਾਵੇ। ਤਾਂ ਇਸ ਕਰਕੇ ਜਿਹੜਾ ਸਾਡਾ ਪੰਜਾਬੀ ਅਧਿਆਪਨ ਹੈ ਤੇ ਬੱਚਿਆਂ ਨੂੰ ਇਸ ਯੋਗ ਬਣਾਉਂਦਾ ਗਾ ਕਿ ਉਹ ਭਾਸ਼ਾ ਦਾ ਮੌਲਿਕ ਤੇ ਜਿਹੜਾ ਲਿਖਿਤ ਰੂਪ ਆ ਵਿਆਕਰਨਿਕ ਤੌਰ ਤੇ ਉਹਦੇ ਵਿੱਚ ਜਿਹੜੀ ਸ਼ੁੱਧਤਾ ਉਹ ਲਿਆਂਦੀ ਜਾਵੇ। ਸ਼ੁੱਧ ਭਾਸ਼ਾ ਵਿੱਚ ਜਦੋਂ ਕੋਈ ਵੀ ਵਿਦਿਆਰਥੀ ਜਾਂ ਕੋਈ ਵੀ ਪਰਸਨ ਆਪਣੇ ਵਿਚਾਰ ਜਦੋਂ ਸ਼ੁੱਧ ਭਾਸ਼ਾ ਵਿੱਚ ਬੋਲ ਕੇ ਜਾਂ ਫਿਰ ਸ਼ੁੱਧ ਭਾਸ਼ਾ ਵਿੱਚ ਲਿਖ ਕੇ ਦੂਸਰਿਆਂ ਅੱਗੇ ਪੇਸ਼ ਕਰਦਾ ਤਾਂ ਉਹ ਆਪਣਾ ਜਿਹੜਾ ਮੀਨਿੰਗ ਹੁੰਦਾ ਉਹ ਮੀਨਿੰਗ ਕਲੀਅਰ ਹੋ ਜਾਂਦਾ। ਜੋ ਕੁਛ ਉਹ ਦੂਸਰਿਆਂ ਤੱਕ ਪਹੁੰਚਾਉਣਾ ਚਾਹੁੰਦਾ ਗਾ, ਜਿਹੜੀ ਗੱਲ ਉਹ ਦੂਸਰਿਆਂ ਨੂੰ ਦੱਸਣਾ ਚਾਹੁੰਦਾ ਜਾਂ ਜਿਹੜੇ ਵਿਚਾਰ ਉਹ ਦੂਸਰਿਆਂ ਤੱਕ ਪ੍ਰਗਟ ਕਰਨਾ ਚਾਹੁੰਦਾ ਗਾ, ਉਹ ਪੂਰੇ ਜਿਹੜਾ ਮੀਨਿੰਗਫੁਲ ਤਰੀਕੇ ਨਾਲ ਫਿਰ ਦੂਸਰਿਆਂ ਦੇ ਅੱਗੇ ਜਿਹੜਾ ਵਿਚਾਰ ਆ ਉਹ ਪ੍ਰਗਟ ਕਰ ਸਕਦੇ ਆ। ਤੇ ਇਸ ਲਈ ਭਾਸ਼ਾ ਗਿਆਨ ਜਿਹੜੇ ਬੱਚੇ ਹੁੰਦੇ ਨੇ, ਜਿਹੜੇ ਵਿਦਿਆਰਥੀ ਹੁੰਦੇ ਨੇ, ਉਹਨਾਂ ਦੇ ਸ਼ਖਸੀਅਤ ਵਿੱਚ ਬਹੁਤ ਜ਼ਿਆਦਾ ਜਿਹੜਾ ਵਿਕਾਸ ਉਹ ਕਰਦੇ ਨੇ, ਕਿਉਂਕਿ ਜਿੰਨਾ ਆਪਣਾ ਭਾਸ਼ਾ ਤੇ ਜ਼ੋਰ ਹੋਊਗਾ, ਜਿੰਨੀ ਆਪਣੀ ਭਾਸ਼ਾ ਤੇ ਪਕੜ ਬਣ ਜੂਗੀ, ਆਪਾਂ ਭਾਸ਼ਾ ਨੂੰ ਸ਼ੁੱਧ ਰੂਪ ਵਿੱਚ ਲਿਖਣਾ ਤੇ ਬੋਲਣਾ ਸਿੱਖ ਜਾਵਾਂਗੇ ਤਾਂ ਉਹਨਾਂ ਕੀ ਆਪਣਾ ਕੌਨਫੀਡੈਂਸ ਵੱਧਦਾ ਗਾ। ਆਪਾਂ ਜਿਹੜੇ ਆਪਣੇ ਵਿਚਾਰ ਆ ਉਹ ਆਰਾਮ ਨਾਲ ਦੂਸਰਿਆਂ ਦੇ ਅੱਗੇ ਪੇਸ਼ ਕਰ ਸਕਦੇ ਹਾਂ, ਚਾਹੇ ਬੋਲ ਕੇ ਕਰੀਏ ਚਾਹੇ ਉਹ ਲਿਖ ਕੇ ਕਰੀਏ। ਤਾਂ ਇਸ ਤਰ੍ਹਾਂ ਕੀ ਹੁੰਦਾ ਗਾ, ਭਾਸ਼ਾ ਦਾ ਜਿਹੜਾ ਪੂਰੀ ਚੰਗੀ ਤਰ੍ਹਾਂ ਗਿਆਨ, ਭਾਸ਼ਾ ਦਾ ਜਿਹੜਾ ਸ਼ੁੱਧ ਗਿਆਨ ਹੈ ਉਹ ਕੀ ਕਰਦਾ ਗਾ, ਬੱਚਿਆਂ ਦੀ ਜਿਹੜੀ ਸ਼ਖਸੀਅਤ ਹੁੰਦੀ ਹੈ ਉਹਨੂੰ ਵਿਕਸਿਤ ਕਰਦਾ ਹੈ, ਉਹਦੀ ਪਰਸਨੈਲਿਟੀ ਡਿਵੈਲਪ ਕਰਦਾ ਹੈ ਬੱਚਿਆਂ ਦੀ। ਜਦੋਂ ਬੱਚਿਆਂ 'ਚ ਕੌਨਫੀਡੈਂਸ ਆਉਂਦਾ ਤਾਂ ਆਟੋਮੈਟਿਕਲੀ ਕੀ ਹੁੰਦਾ, ਉਹਦੀ ਪਰਸਨੈਲਿਟੀ ਹੁੰਦੀ ਹੈ ਜਿਹੜੀ ਉਹ ਡਿਵੈਲਪ ਹੁੰਦੀ ਹੈ। ਇਸ ਕਰਕੇ ਹਰ ਇੱਕ ਕਲਾਸ ਦੇ ਬੱਚੇ ਨੂੰ, ਇਵਨ ਹਰ ਇੱਕ ਬੱਚੇ ਨੂੰ ਚਾਹੇ ਕਿਸੇ ਵੀ ਕਲਾਸ ਦਾ, ਤਾਂ ਉਹਨੂੰ ਵੱਧ ਤੋਂ ਵੱਧ ਜਿਹੜੇ ਭਾਸ਼ਾ ਦਾ ਗਿਆਨ ਆ ਉਹ ਦਿੱਤਾ ਜਾਵੇ। ਤਾਂ ਇਸ ਕਰਕੇ ਕੁਝ ਜਿਵੇਂ ਗੱਲਾਂ ਆਪਾਂ ਨੂੰ ਨੋਟ ਕਰਨ ਯੋਗ ਹੁੰਦੀਆਂ ਨੇ। ਪੰਜਾਬੀ ਆਪਾਂ ਪੜ੍ਹ ਰਹੇ ਹਾਂ ਤਾਂ ਆਪਾਂ ਪੰਜਾਬੀ ਭਾਸ਼ਾ ਨੂੰ ਲੈ ਕੇ ਹੀ ਗੱਲ ਕਰਦੇ ਹਾਂ ਕਿ ਜਿਵੇਂ ਹਰ ਇੱਕ ਸ਼੍ਰੇਣੀ ਲਈ ਇੱਕ ਪਾਠਕ੍ਰਮ ਹੁੰਦਾ ਗਾ, ਹਰ ਇੱਕ ਸ਼੍ਰੇਣੀ ਦਾ ਇੱਕ ਜਿਹੜਾ ਸਿਲੇਬਸ ਹੁੰਦਾ ਗਾ ਉਹ ਨਿਸ਼ਚਿਤ ਕੀਤਾ ਹੁੰਦਾ ਗਾ ਕਿ ਆਪਾਂ ਸੈਕਿੰਡ ਕਲਾਸ ਦਾ ਜਿਹੜਾ ਬੱਚਾ ਉਹਨੂੰ ਆਹ ਸਿਲੇਬਸ ਦੇਣਾ, ਥਰਡ ਕਲਾਸ ਦੇ ਬੱਚੇ ਨੂੰ ਆਪਾਂ ਆਹ ਚੀਜ਼ ਪੜ੍ਹਾਉਣੀ ਆ। ਤਾਂ ਮਤਲਬ ਜਦੋਂ ਆਪਾਂ ਭਾਸ਼ਾ ਗਿਆਨ ਕਰਵਾ ਰਹੇ ਹੁੰਦੇ ਹਾਂ, ਕੋਈ ਵੀ ਪੰਜਾਬੀ ਅਧਿਆਪਕ ਜਦੋਂ ਬੱਚਿਆਂ ਨੂੰ ਭਾਸ਼ਾ ਦਾ ਗਿਆਨ ਕਰਵਾ ਰਿਹਾ ਹੁੰਦਾ ਗਾ ਤਾਂ ਉਹ ਕੀ ਹੁੰਦਾ ਗਾ, ਇੱਕ ਜਿਹੜਾ ਨਿਰਧਾਰਿਤ ਪਾਠਕ੍ਰਮ ਆ ਉਹਦਾ ਇੱਕ ਜਿਹੜਾ ਸਿਲੇਬਸ ਹੁੰਦਾ ਗਾ ਤੇ ਉਹਦੇ ਥਰੂ ਉਹ ਕੀ ਹੈ ਭਾਸ਼ਾ ਦਾ ਜਿਹੜਾ ਗਿਆਨ ਕਰਾਊਗਾ। ਹੁਣ ਆਪਾਂ ਗੱਲ ਕਰਦੇ ਹਾਂ ਕਿ ਜਿਹੜਾ ਪਾਠਕ੍ਰਮ ਹੁੰਦਾ ਗਾ, ਇੱਕ ਕਰਿਕੂਲਮ, ਇੱਕ ਸਿਲੇਬਸ ਬਣਾਇਆ ਜਾਂਦਾ ਗਾ ਕਲਾਸ ਲਈ, ਉਹਦਾ ਜਿਹੜਾ ਦਾਇਰਾ ਹੁੰਦਾ ਗਾ ਇੱਕ ਸੰਕੀਰਣ ਹੁੰਦਾ ਗਾ। ਮਤਲਬ ਕਹਿ ਦਿਓ ਆਪਾਂ ਨੇ ਇੱਕ ਨੈਰੋ ਜਿਹੜਾ ਉਹਦਾ ਦਾਇਰਾ ਹੁੰਦਾ ਗਾ, ਉਹਦੇ ਵਿੱਚ ਸਿਰਫ ਔਰ ਸਿਰਫ ਕੀ ਆ ਉਹ ਜਿਹੜਾ ਸਿਲੇਬਸ ਆ ਸਿਰਫ ਉਹਨੂੰ ਲੈ ਕੇ ਹੀ ਆਪਾਂ ਪੜ੍ਹਾ ਸਕਦੇ ਹਾਂ। ਆਪਾਂ ਸਿਲੇਬਸ ਤੋਂ ਬਾਹਰ ਜਾ ਕੇ ਕੀ ਆ ਬੱਚਿਆਂ ਨੂੰ ਨਹੀਂ ਪੜ੍ਹਾਉਂਦੇ। ਤੇ ਵਿਦਿਆਰਥੀਆਂ ਵਿੱਚ ਜਿਹੜੀ ਆਪਾਂ ਗੱਲ ਕਹਿ ਲਈਏ ਕਿ ਜਿਹੜੇ ਭਾਸ਼ਾ ਨੂੰ ਪੂਰਨ ਤੌਰ ਤੇ ਵਿਕਸਿਤ ਨਹੀਂ ਕੀਤਾ ਜਾ ਸਕਦਾ ਇੱਕ ਸੰਕੀਰਣ ਦਾਇਰੇ ਵਿੱਚ, ਅਗਰ ਅਸੀਂ ਵਿਦਿਆਰਥੀਆਂ ਦੀ ਜਿਹੜੀ ਪਕੜ ਹੈ ਉਹ ਭਾਸ਼ਾ ਉੱਪਰ ਪੂਰੀ ਤਰੀਕੇ ਨਾਲ ਬਣਾਉਣਾ ਚਾਹੁੰਦੇ ਆ ਤਾਂ ਸਾਨੂੰ ਜਿਹੜਾ ਸੰਕੀਰਣ ਦਾਇਰਾ ਜਿਹੜਾ ਉਹਦਾ ਨੈਰੋ ਏਰੀਆ ਉਹਦੋਂ ਬਜਾਏ ਸਾਨੂੰ ਕੀ ਹੈ ਇੱਕ
ਜਿਹੜਾ ਵਿਆਪਕ ਏਰੀਆ ਹੁੰਦਾ, ਵਿਆਪਕ ਏਰੀਏ ਵਿੱਚ ਰਹਿ ਕੇ ਸਾਨੂੰ ਉਹ ਚੀਜ਼ਾਂ ਸਿਖਾਉਣੀਆਂ ਪੈਂਦੀਆਂ ਨੇ, ਪਰ ਸਾਡਾ ਜਿਹੜਾ ਪਾਠਕ੍ਰਮ ਹੈ ਉਹ ਚੀਜ਼ਾਂ ਉਹ ਅਲਾਉ ਨਹੀਂ ਕਰਦਾ। ਇਸ ਕਰਕੇ ਪੰਜਾਬੀ ਅਧਿਆਪਕ ਦੀ ਨਾ ਇੱਕ ਮਜਬੂਰੀ ਬਣ ਜਾਂਦੀ ਹੈ ਕਿ ਉਹ ਜਿਹੜਾ ਇੱਕ ਸੀਮਿਤ ਪਾਠਕ੍ਰਮ ਹੈ, ਸੀਮਿਤ ਜਿਹੜਾ ਸਿਲੇਬਸ ਹੈ ਉਸ ਦੇ ਥਰੂ ਹੀ, ਉਸ ਦੇ ਦਾਇਰੇ ਦੇ ਅੰਦਰ ਰਹਿ ਕੇ ਹੀ ਜਿਹੜੇ ਵਿਦਿਆਰਥੀ ਨੇ ਉਹਨਾਂ ਨੂੰ ਜਿਹੜੀ ਭਾਸ਼ਾ ਗਿਆਨ ਹੈ ਜਾਂ ਫਿਰ ਪੰਜਾਬੀ ਸਾਹਿਤ ਬਾਰੇ ਜੋ ਜਾਣਕਾਰੀ ਹੈ, ਪੰਜਾਬੀ ਭਾਸ਼ਾ ਬਾਰੇ ਜੋ ਜਾਣਕਾਰੀ ਹੈ, ਉਹ ਇੱਕ ਜਿਹੜਾ ਪਾਠਕ੍ਰਮ ਦੇ ਦਾਇਰੇ ਵਿੱਚ ਹੀ ਰਹਿ ਕੇ ਉਹ ਦਿੰਦੇ ਨੇ। ਤਾਂ ਇਹ ਥੋੜੀ ਇੱਕ ਮਜਬੂਰੀ ਵਾਲੀ ਗੱਲ ਹੁੰਦੀ ਹੈ ਕਿ ਅਸੀਂ ਉਸ ਦਾਇਰੇ ਤੋਂ ਬਾਹਰ ਨਹੀਂ ਜਾ ਸਕਦੇ, ਕਿਉਂਕਿ ਉਹ ਜਿਹੜਾ ਸਿਲੇਬਸ ਹੁੰਦਾ ਗਾ ਉਹ ਪਾਰਟੀਕੂਲਰ ਸਮੇਂ ਲਈ ਇੱਕ ਨਿਸ਼ਚਿਤ ਕੀਤਾ ਹੁੰਦਾ ਗਾ। ਤਾਂ ਇਸ ਕਰਕੇ ਸਾਨੂੰ ਜਿਹੜੀਆਂ ਭਾਸ਼ਾ ਕਿਰਿਆਵਾਂ ਹੁੰਦੀਆਂ ਨੇ ਤਾਂ ਪਾਠਕ੍ਰਮ ਦੇ ਅੰਦਰ ਰਹਿ ਕੇ ਸਾਨੂੰ ਉਸ ਕਿਰਿਆਵਾਂ ਦੇ ਜ਼ਰੀਏ ਕੀ ਆ ਜਿਹੜਾ ਭਾਸ਼ਾ ਤੇ ਪਕੜ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਉਹਨਾਂ ਦੇ ਜ਼ਰੀਏ, ਉਹ ਕਿਰਿਆਵਾਂ ਦੇ ਜ਼ਰੀਏ ਅਸੀਂ ਬੱਚਿਆਂ ਦੀ ਜਿਹੜੀ ਭਾਸ਼ਾ ਦੇ ਉੱਪਰ ਪਕੜ ਮਜ਼ਬੂਤ ਕਰੀਏ। ਅਜਿਹੇ ਮਾਹੌਲ ਵਿੱਚ ਜਦੋਂ ਆਪਾਂ ਸਿਰਫ ਦਾਇਰੇ ਵਿੱਚ ਰਹਿ ਕੇ ਪੜ੍ਹਾਉਂਦੇ ਆ ਤਾਂ ਉਦੋਂ ਬੱਚਿਆਂ ਦਾ ਜਿਹੜਾ ਮਨ ਹੁੰਦਾ ਗਾ ਉਹਨਾਂ ਵਿੱਚ ਇੰਨੀ ਰੁਚੀ ਨਹੀਂ ਆਉਂਦੀ ਹੈਗੀ, ਕਿਉਂਕਿ ਉਹਦੇ ਵਿੱਚ ਇੱਕ ਲਿਮਟ ਜੀਆਂ ਗੱਲਾਂ ਹੁੰਦੀਆਂ ਨੇ। ਆਪਾਂ ਜਿਵੇਂ ਆਪਾਂ ਨੂੰ ਸਿਲੇਬਸ ਦਿੱਤਾ ਗਿਆ ਆਪਾਂ ਉਸ ਦੇ ਅਕੋਰਡਿੰਗ ਹੀ ਚੱਲਦੇ ਜਾਂਦੇ ਆ, ਤਾਂ ਉਦੋਂ ਕੀ ਹੁੰਦਾ ਗਾ ਉਹ ਜਿਹੜਾ ਬੱਚਿਆਂ ਲਈ ਇੱਕ ਨੀਰਸ ਬਣ ਜਾਂਦਾ ਗਾ, ਉਹਨਾਂ ਦਾ ਮਨ ਹੈ ਉਹ ਬਹੁਤਾ ਜ਼ਿਆਦਾ ਜਿਹੜਾ ਖੁਸ਼ ਨਹੀਂ ਹੁੰਦਾ ਗਾ, ਤੇ ਬੱਚਿਆਂ ਦੀ ਜਿਹੜੇ ਰੁਚੀ ਦਾ ਧਿਆਨ ਉੱਥੇ ਬਹੁਤ ਘੱਟ ਰੱਖਿਆ ਜਾਂਦਾ ਗਾ, ਕਿਉਂਕਿ ਸਾਨੂੰ ਪਤਾ ਸਾਡਾ ਜਿਹੜਾ ਕਰਿਕੂਲਮ ਹੈ ਉਹ ਚਾਈਲਡ ਸੈਂਟਰਡ ਨਹੀਂ ਹੈਗਾ ਗਾ, ਉਹ ਟੀਚਰ ਸੈਂਟਰਡ ਜਿਹੜਾ ਸਾਡਾ ਕਰਿਕੂਲਮ ਹੈ। ਇਸ ਕਰਕੇ ਉੱਥੇ ਜਿਹੜਾ ਬੱਚਿਆਂ ਦੀਆਂ ਜਿਹੜੀਆਂ ਰੁਚੀਆਂ ਨੇ, ਉਹਨਾਂ ਦਾ ਜਿਹੜਾ ਇੰਟਰਸਟ ਆ ਉੱਥੇ ਥੋੜਾ ਜਿਹਾ ਉਹਦਾ ਧਿਆਨ ਘੱਟ ਰੱਖਿਆ ਜਾਂਦਾ ਗਾ। ਜਦੋਂ ਵਿਦਿਆਰਥੀਆਂ ਵਿੱਚ ਭਾਸ਼ਾ ਦੇ ਪ੍ਰਤੀ ਰੁਚੀ ਪੈਦਾ ਨਹੀਂ ਹੁੰਦੀ, ਜਦੋਂ ਉਹਨਾਂ ਨੂੰ ਲੱਗਣ ਲੱਗ ਜਾਂਦਾ ਕਿ ਸਾਡਾ ਪਾਠਕ੍ਰਮ ਹੈ ਜਿਹੜਾ ਕਿ ਨੀਰਸ ਹੈ, ਤਾਂ ਉੱਥੇ ਉਹਨਾਂ ਦੀ ਜਿਹੜੀ ਭਾਸ਼ਾ ਸਿੱਖਣ ਦੀ ਅਭਿਲਾਸ਼ਾ ਹੁੰਦੀ ਹੈ, ਭਾਸ਼ਾ ਦੀ ਸ਼ੁੱਧਤਾ, ਭਾਸ਼ਾ ਦਾ ਉਚਾਰਨ, ਤਾਂ ਹੋਰ ਜਿਹੜਾ ਸਾਹਿਤਕ ਜਿਹੜੀਆਂ ਜਾਣਕਾਰੀਆਂ ਹੁੰਦੀਆਂ ਨੇ ਤਾਂ ਉਹ ਲੈਣ ਤੋਂ ਕਤਰਾਉਂਦੇ ਨੇ। ਮਤਲਬ ਉਹ ਕੀ ਆ ਬਹੁਤਾ ਜ਼ਿਆਦਾ ਉਹ ਰੁਚੀ ਨਹੀਂ ਦਿਖਾਉਂਦੀ ਉੱਥੇ ਕਿ ਸਾਨੂੰ ਆਹ ਵੀ ਚੀਜ਼ ਸਿੱਖ ਲੈਣੀ ਚਾਹੀਦੀ ਹੈ, ਸਾਨੂੰ ਆਹ ਚੀਜ਼ ਵੀ ਸਿੱਖ ਲੈਣੀ ਚਾਹੀਦੀ ਹੈ। ਉੱਥੇ ਇਹ ਚੀਜ਼ ਨਾ ਥੋੜੀ ਇਫੈਕਟ ਕਰ ਜਾਂਦੀ ਆ ਬੱਚਿਆਂ ਨੂੰ। ਬੱਚੇ ਸਿਰਫ ਉਹ ਕਰਦੇ ਨੇ ਕਿ ਪੜ੍ਹਦੇ, ਉਹਨਾਂ ਨੂੰ ਜੱਟ ਇੱਕ ਰੱਟਾ ਮਾਰਨ ਵਾਲੀ ਕੰਮ ਹੋ ਜਾਂਦੀ ਆ, ਜਸਟ ਉਹ ਇੱਕ ਰੱਟਾ ਮਾਰ ਕੇ ਉਹ ਚੀਜ਼ਾਂ ਯਾਦ ਕਰਦੇ ਨੇ, ਉਹਨੂੰ ਸਮਝਣ ਦੀ ਕੋਸ਼ਿਸ਼ ਹੈ ਜਿਹੜੀ ਉਹ ਘੱਟ ਕਰਦੇ ਨੇ। ਤੇ ਸਾਨੂੰ ਬੱਚਿਆਂ ਦਾ ਵਿੱਚ ਰੁਚੀ ਵਿਕਸਿਤ ਕਰਨ ਲਈ, ਬੱਚਿਆਂ ਦਾ ਜਿਹੜਾ ਸਰਵਪੱਖੀ ਵਿਕਾਸ ਕਰਨ ਲਈ ਸਾਨੂੰ ਜਿਹੜੀਆਂ ਲੋੜੀਂਦੀਆਂ ਪਰਿਸਥਿਤੀਆਂ ਨੇ ਉਹ ਪੈਦਾ ਕਰਨ ਦੀ ਜ਼ਰੂਰਤ ਹੁੰਦੀ ਹੈ ਕਿ ਅਸੀਂ ਇੱਕ ਜਿਹੜਾ ਟ੍ਰੈਡੀਸ਼ਨਲ ਸਾਡਾ ਟੀਚਿੰਗ ਦਾ ਤਰੀਕਾ ਗਾ ਉਹਦੇ ਉੱਤੋਂ ਹਟ ਕੇ ਅਸੀਂ ਹੋਰ ਕੁਝ ਜਿਹੜੀਆਂ ਐਕਟੀਵਿਟੀਜ਼ ਕਰਵਾਈਏ ਜਿਹਦੇ ਥਰੂ ਕਿ ਆ ਬੱਚਿਆਂ ਦਾ ਇੰਟਰਸਟ ਹੋ ਜਾਵੇ ਭਾਸ਼ਾ ਸਿੱਖਣ ਵਿੱਚ, ਜਾਂ ਆਪਾਂ ਕਹਿ ਦਈਏ ਕਿ ਪੜ੍ਹਾਈ ਕਰਨ ਵਿੱਚ ਹੀ ਆਪਾਂ ਲਾ ਲਓ, ਕਿਉਂਕਿ ਜਦੋਂ ਉਹ ਪੜ੍ਹਨਗੇ ਤਾਂ ਹੀ ਉਹਨਾਂ ਦਾ ਜਿਹੜਾ ਭਾਸ਼ਾ ਦਾ ਗਿਆਨ ਹੋਊਗਾ ਉਹ ਉਹਨਾਂ ਨੂੰ ਮਿਲੂਗਾ। ਪਾਠਕ੍ਰਮ ਦੇ ਦਾਇਰੇ ਤੋਂ ਬਾਅਦ ਕੁਝ ਜਿਹੜੇ ਦਾਇਰੇ ਤੋਂ ਬਾਹਰ ਜਾ ਕੇ ਕੁਝ ਥੋੜੇ ਬਹੁਤੇ ਜਿਹੜੇ ਆਪਾਂ ਸਾਧਨ ਜੁਟਾ ਸਕਦੇ ਹਾਂ, ਕੁਝ ਜਿਹੜੀਆਂ ਕਿਰਿਆਵਾਂ ਨੇ ਕਰਵਾ ਸਕਦੇ ਹਾਂ। ਤਾਂ ਜਿਹੜੇ ਇਹ ਸਾਧਨ ਨੇ ਇਹਨਾਂ ਨੂੰ ਆਪਾਂ ਦੋ ਭਾਗਾਂ ਵਿੱਚ ਵੰਡ ਸਕਦੇ ਹਾਂ ਕਿ ਕਿਸ ਤਰੀਕੇ ਨਾਲ ਜਿਹੜੇ ਆਪਾਂ ਸਾਧਨ ਨੇ ਉਹ ਬੱਚਿਆਂ ਦੀ ਰੁਚੀ ਜਗਾਉਣ ਵਾਸਤੇ ਆਪਾਂ ਜਗਾ ਸਕਦੇ ਹਾਂ। ਪਹਿਲੇ ਨੰਬਰ ਤੇ ਆਪਾਂ ਗੱਲ ਕਰੀਏ ਜੋ ਹੁੰਦੀਆਂ ਨੇ ਪਾਠ ਕਿਰਿਆਵਾਂ ਨਾਲ ਸੰਬੰਧਿਤ ਸਾਧਨ। ਕਿਹੜੇ ਸਾਧਨ ਅਸੀਂ ਜਿਹੜੇ ਬੱਚਿਆਂ ਦੀ ਰੁਚੀ ਉਤਪੰਨ ਕਰਨ ਲਈ ਬਣਾ ਸਕਦੇ ਹਾਂ। ਉਹਨੇ ਪਾਠ ਜਿਹੜੀ ਸਾਮਗਰੀ ਹੈ ਜਾਂ ਪਾਠ ਕਿਰਿਆਵਾਂ ਨੇ ਉਹਦੇ ਨਾਲ ਸੰਬੰਧਿਤ ਸਾਧਨ। ਤਾਂ ਫਸਟ ਆਉਂਦਾ ਗਾ ਜਿਹੜਾ ਕਿ ਟੌਪਿਕ ਆਪਾਂ ਬੱਚਿਆਂ ਨੂੰ ਕਰਵਾ ਰਹੇ ਹਾਂ, ਜਿਹੜਾ ਵਿਸ਼ਾ ਵਸਤੂ ਆਪਾਂ ਕਰਵਾ ਰਹੇ ਹਾਂ, ਤਾਂ ਉਹਨਾਂ ਨਾਲ ਜਿਹੜੇ ਸੰਬੰਧਿਤ ਸਾਧਨ ਨੇ, ਜਿਹੜੀਆਂ ਪਾਠ ਦੀਆਂ ਕਿਰਿਆਵਾਂ ਨੇ। ਪਾਠ ਕਿਰਿਆਵਾਂ ਨਾਲ ਸੰਬੰਧਿਤ ਸਾਧਨ। ਹੁਣ ਦੇਖੋ ਪਾਠ ਕਿਰਿਆਵਾਂ ਨਾਲ ਜਿਹੜੇ ਸੰਬੰਧਿਤ ਸਾਧਨ ਨੇ ਉਹ ਕੀ ਹੋ ਸਕਦੇ ਨੇ। ਪਾਠ ਕਿਰਿਆਵਾਂ ਨਾਲ ਜਿਹੜੇ ਸੰਬੰਧਿਤ ਸਾਧਨ ਨੇ ਉਹ ਸਿਰਫ ਜਿਹੜੇ ਆਪਣੇ ਪਾਠ ਹੁੰਦੇ ਨੇ ਜਾਂ ਆਪਣਾ ਪਾਠ्यक्रम ਹੈ ਜਿਹੜਾ ਸਿਲੇਬਸ ਆ ਉਹਦੇ ਨਾਲ ਸੰਬੰਧਿਤ ਕੁਝ ਸਾਧਨ ਹੁੰਦੇ ਨੇ। ਅਧਿਆਪਕ ਪਾਠਕ੍ਰਮ ਦੇ ਅਨੁਸਾਰ, ਅਧਿਆਪਕ ਜਿਹੜਾ ਆਪਾਂ ਨੂੰ ਸਿਲੇਬਸ ਦਿੱਤਾ ਗਿਆ ਹੁੰਦਾ ਕਲਾਸ ਵਾਈਜ਼, ਉਹਦੇ ਪਾਠਕ੍ਰਮ ਦੇ ਅਨੁਸਾਰ ਹੀ ਉਹਦੇ ਨਾਲ ਜਿਹੜਾ ਮਿਲਦੀਆਂ ਜੁਲਦੀਆਂ ਜਿਹੜੀਆਂ ਕਿਰਿਆਵਾਂ ਨੇ ਵਿਸ਼ੇ ਵਸਤੂ ਨਾਲ ਉਹਨੂੰ ਕੀ ਉਹ ਕ੍ਰੀਏਟ ਕਰਦਾ ਗਾ। ਇਹ ਜਿਹੜੀਆਂ ਪਾਠ ਕਿਰਿਆਵਾਂ ਨੇ ਉਹ ਇਹ ਜਿਹੜੇ ਸਾਧਨ ਨੇ ਜਿਹੜੇ ਮਿਲਦੇ ਜੁਲਦੇ ਉਹਦੇ ਨਾਲ ਕ੍ਰੀਏਟ ਕਰਦੇ ਨੇ ਉਹ ਪਾਠ ਕਿਰਿਆਵਾਂ ਕਹਾਉਂਦੀਆਂ ਨੇ, ਕਿਉਂਕਿ ਉਹ ਪਾਠ ਦੇ ਨਾਲ ਮਿਲਦੇ ਜੁਲਦੇ ਹੀ ਜਿਹੜੇ ਸਾਧਨ ਹੁੰਦੇ ਨੇ। ਇਹਨਾਂ ਦਾ ਬੱਚੇ ਜਿਹੜੇ ਵਿਦਿਆਰਥੀ ਨੇ ਉਹ ਅਨੁਸਰਨ ਕਰਦੇ ਨੇ। ਅਧਿਆਪਕ ਜਿਵੇਂ ਉਹਨਾਂ ਨੂੰ ਅਨੁਸਰਨ ਵਾਸਤੇ
ਵਾਸਤੇ ਕਹਿ ਦਿੰਦਾ ਤੇ ਵਿਦਿਆਰਥੀ ਆ ਉਹੀ ਅਨੁਸਰਨ ਉਹ ਕਰਦੇ ਨੇ। ਇਹਨਾਂ ਦੇ ਜਿਹੜੇ ਸਾਧਨ ਹੋ ਸਕਦੇ ਨੇ, ਇਹ ਕਿਹੜੇ ਸਾਧਨ ਹੋ ਸਕਦੇ ਨੇ? ਪਾਠ ਪੁਸਤਕਾਂ ਹੋ ਗਈਆਂ, ਆਪਣੀ ਕਿਸੇ ਵੀ ਕਵਿਤਾ, ਕਿਸੇ ਵੀ ਕਹਾਣੀ, ਨਾਵਲ ਜਿਹੜੇ ਵੀ ਰਿਲੇਟਡ ਹੋ ਗਿਆ ਉਹ ਪਾਠ ਪੁਸਤਕਾਂ ਦੀ ਆਪਾਂ ਗੱਲ ਕਰੀਏ। ਦੇਖਣ ਸੁਣਨ ਦੇ ਸਾਧਨ ਹੋ ਗਏ, ਚਾਰਟ ਹੋ ਗਿਆ, ਕੋਈ ਮੈਪ ਹੋ ਗਿਆ, ਜਾਂ ਫਿਰ ਕੋਈ ਆਡੀਓ ਜਿਹੜੀ ਰਿਕਾਰਡਿੰਗ ਹੁੰਦੀ ਆ ਉਹ ਹੋ ਗਈ, ਜਾਂ ਫਿਰ ਜਿਹੜੀਆਂ ਕੁਝ ਜਨਰਲ ਨੌਲੇਜ ਦੀਆਂ ਜਾਂ ਕੁਝ ਹੋਰ ਰਿਲੇਟਡ ਜਿਹੜੇ ਉਹਦੇ ਵਿਸ਼ੇ ਨੇ ਉਹਦੇ ਨਾਲ ਸੰਬੰਧਿਤ ਜਿਹੜੀਆਂ ਪੁਸਤਕਾਂ ਹੋ ਗਈਆਂ ਉਹ ਆਉਂਦੀਆਂ ਨੇ, ਜਿਹੜੀਆਂ ਸਾਡੀਆਂ ਪਾਠ ਕਿਰਿਆਵਾਂ ਨਾਲ ਸੰਬੰਧਿਤ ਜਿਹੜੀ ਵੀ ਵਿਸ਼ਾ ਵਸਤੂ ਆਪਾਂ ਪੜ੍ਹਾ ਰਹੇ ਹੁੰਦੇ ਆ ਉਹਦੇ ਨਾਲ ਸੰਬੰਧਿਤ ਸਾਧਨ ਨੇ। ਅੱਗੇ ਆਪਾਂ ਗੱਲ ਕਰਦੇ ਆ ਜਿਹੜੇ ਪਾਠ ਸਹਾਇਕ ਕਿਰਿਆਵਾਂ ਹੁੰਦੀਆਂ ਨੇ, ਪਾਠ ਸਹਾਇਕ ਕਿਰਿਆਵਾਂ ਨਾਲ ਸੰਬੰਧਿਤ ਸਾਧਨ। ਦੂਸਰੇ ਨੰਬਰ ਤੇ ਜਿਹੜੇ ਸਾਧਨ ਆਪਾਂ ਲੈ ਸਕਦੇ ਆ ਉਹ ਕਿਹੜੇ ਹੋ ਗਏ? ਪਾਠ ਸਹਾਇਕ ਕਿਰਿਆਵਾਂ ਨਾਲ ਸੰਬੰਧਿਤ ਸਾਧਨ। ਤਾਂ ਇਹ ਆਪਣੇ ਪਾਠ ਜਿਹੜੀਆਂ ਸਹਾਇਕ ਕਿਰਿਆਵਾਂ ਨੇ ਉਹਨਾਂ ਨਾਲ ਕੁਝ ਜਿਹੜੇ ਸੰਬੰਧਿਤ ਨੇ ਉਹ ਸਾਧਨ ਹੋ ਗਏ। ਉਹ ਕਿਹੜੇ ਸਾਧਨ ਹੋ ਸਕਦੇ ਨੇ ਜਿਹੜੇ ਪਾਠ ਸਹਾਇਕ ਸੰਬੰਧਿਤ ਜਿਹੜੀਆਂ ਕਿਰਿਆਵਾਂ ਨੇ ਉਹਨਾਂ ਨਾਲ ਬਹੁਤ ਸਾਰੇ ਜਿਵੇਂ ਸਾਧਨ ਹੋ ਸਕਦੇ ਨੇ। ਇਹ ਪਾਠ ਤੋਂ ਬਾਹਰ ਦੀਆਂ ਕਿਰਿਆਵਾਂ ਹੁੰਦੀਆਂ ਨੇ ਜਿਹੜੀਆਂ ਕਿ ਸਾਡੇ ਪਾਠ ਦੇ ਨਾਲ ਰਿਲੇਟਡ ਨਹੀਂ ਹੁੰਦੀਆਂ। ਅਸੀਂ ਪਾਠ ਤੋਂ ਐਕਸਟਰਾ ਜਿਹੜੀ ਉਹਦੀ ਹੈਲਪ ਲਈ ਕੁਝ ਕਿਰਿਆਵਾਂ ਹੋ ਸਕਦੀਆਂ ਨੇ, ਕੁਝ ਸਾਮੱਗਰੀ ਹੋ ਸਕਦੀ ਆ ਉਹ ਲੈ ਸਕਦੀਆਂ ਨੇ। ਤੇ ਜਿਹੜੀ ਭਾਸ਼ਾ ਸਿੱਖਿਆ ਵਿੱਚ ਇਹਦਾ ਆਪਣਾ ਇੱਕ ਮਹੱਤਵਪੂਰਨ ਯੋਗਦਾਨ ਹੈ, ਕਿਉਂਕਿ ਜੇ ਆਪਾਂ ਸਿਰਫ ਇੱਕ ਹੀ ਦਾਇਰੇ ਵਿੱਚ ਰਹਿ ਕੇ ਕਰਾਂਗੇ ਤਾਂ ਅਸੀਂ ਭਾਸ਼ਾ ਦਾ ਜਿਹੜਾ ਪ੍ਰੋਪਰ ਗਿਆਨ ਆ ਉਹ ਨਹੀਂ ਲੈ ਸਕਦੇ। ਤਾਂ ਭਾਸ਼ਾ ਦਾ ਜਿਹੜਾ ਪ੍ਰੋਪਰ ਗਿਆਨ ਲੈਣ ਵਾਸਤੇ ਜਿਹੜੀਆਂ ਪਾਠ ਸਹਾਇਕ ਕਿਰਿਆਵਾਂ ਹੁੰਦੀਆਂ ਨੇ ਉਹਦਾ ਵੀ ਆਪਣਾ ਬਹੁਤ ਜ਼ਿਆਦਾ ਯੋਗਦਾਨ ਹੁੰਦੀਆਂ ਨੇ। ਪਾਠ ਸਹਾਇਕ ਕਿਰਿਆਵਾਂ ਜਿਹਦੇ ਵਿੱਚ ਭਾਸ਼ਾ ਕਿਰਿਆਵਾਂ ਹੁੰਦੀਆਂ ਨੇ ਉਹ ਇਹਨਾਂ ਦਾ ਇੱਕ ਸਾਧਨ ਹੁੰਦਾ ਗਾ। ਇਹਨਾਂ ਦੁਆਰਾ ਅਗਰ ਆਪਾਂ ਕਹੀਏ ਤਾਂ ਬੱਚਿਆਂ ਦਾ ਜਿਹੜਾ ਮਨੋਵਿਗਿਆਨਿਕ ਤੌਰ ਤੇ ਵਿਕਾਸ ਹੁੰਦਾ ਗਾ, ਸਮਾਜਿਕ ਤੌਰ ਤੇ ਵੀ ਜਿਹੜਾ ਵਿਕਾਸ ਹੈ ਉਹ ਹੁੰਦਾ ਗਾ। ਇਹਨਾਂ ਦੁਆਰਾ ਉਹਨਾਂ ਵਿੱਚ ਬੱਚਿਆਂ ਵਿੱਚ ਸੱਚਾਈ, ਇਮਾਨਦਾਰੀ, ਪਿਆਰ, ਹਮਦਰਦੀ ਆਦਿ ਜਿਹੜੇ ਨੈਤਿਕ ਗੁਣ ਹੁੰਦੇ ਨੇ, ਨੈਤਿਕ ਜਿਹੜਾ ਗੁਣ ਹੈ ਉਹਨਾਂ ਦਾ ਵੀ ਵਿਕਾਸ ਹੁੰਦਾ ਗਾ। ਇਹ ਭਾਸ਼ਾ ਸਿੱਖਣ ਵਿੱਚ ਆਪਣਾ ਜਿਹੜਾ ਵੱਡਮੁੱਲਾ ਯੋਗਦਾਨ ਨੇ ਉਹ ਪਾਉਂਦੀਆਂ ਨੇ, ਕਿਉਂਕਿ ਇਹ ਸਿਲੇਬਸ ਤੋਂ ਜਿਹੜੀਆਂ ਐਕਸਟਰਾ ਹੋ ਜਾਂਦੀਆਂ ਨੇ ਜਿਹਦੇ ਵਿੱਚ ਆਪਾਂ ਬੱਚਿਆਂ ਤਾਂ ਨਾਲ ਦੀ ਨਾਲ ਮਨੋਰੰਜਨ ਵੀ ਹੁੰਦਾ ਗਾ ਤੇ ਨਾਲ ਦੀ ਨਾਲ ਕੀ ਹੁੰਦਾ ਗਾ ਉਹ ਬਹੁਤ ਸਾਰੇ ਚੰਗੇ ਗੁਣ ਵੀ ਸਿੱਖਦੇ ਨੇ, ਉਹ ਐਜੂਕੇਸ਼ਨ ਵੀ ਲੈਂਦੇ ਨੇ, ਉਹ ਇਮਾਨਦਾਰੀ ਵੀ ਸਿੱਖਦੇ ਨੇ, ਉਹ ਭਾਈਚਾਰਾ ਵੀ ਸਿੱਖਦੇ ਨੇ, ਦੂਸਰਿਆਂ ਨਾਲ ਪਿਆਰ ਵੀ ਸਿੱਖਦੇ ਨੇ। ਤੇ ਇਸ ਤਰੀਕੇ ਨਾਲ ਜਿਹੜੇ ਨੈਤਿਕ ਗੁਣ ਹੁੰਦੇ ਨੇ ਉਹਦੇ ਨੈਤਿਕ ਉਹਦਾ ਦਾ ਵਿਕਾਸ ਹੁੰਦਾ, ਉਹਨਾਂ ਦਾ ਸਮਾਜਿਕ ਵਿਕਾਸ ਹੁੰਦਾ ਤੇ ਉਹਨਾਂ ਦਾ ਮਨੋਵਿਗਿਆਨਿਕ ਜਿਹੜਾ ਵਿਕਾਸ ਹੈ ਉਹ ਵੀ ਹੁੰਦਾ ਗਾ। ਜੇਕਰ ਆਪਾਂ ਗੱਲ ਕਰੀਏ ਕਿ ਇਹ ਕਿਹੜੀਆਂ ਜਿਹੜੀਆਂ ਭਾਸ਼ਾ ਜਿਹੜੀਆਂ ਪਾਠ ਸਹਾਇਕ ਸੰਬੰਧੀ ਕਿਰਿਆਵਾਂ ਹੋ ਸਕਦੀਆਂ ਨੇ, ਕਿਹੜੀਆਂ ਹੋ ਸਕਦੀਆਂ ਨੇ, ਇਹਦੇ ਵਿੱਚ ਆਪਾਂ ਵਾਦ ਵਿਵਾਦ ਨੂੰ ਲੈ ਸਕਦੇ ਹਾਂ, ਜਿਹੜਾ ਕਿ ਕਿਸੇ ਟੌਪਿਕ ਤੇ ਆਪਾਂ ਬੱਚਿਆਂ ਤੋਂ ਵਾਦ ਵਿਵਾਦ ਕਰਵਾ ਸਕਦੇ ਹਾਂ। ਆਪਾਂ ਇਹਦੇ ਵਿੱਚ ਕਹਾਣੀ ਸੁਣਨਾ ਕਹਿ ਸਕਦੇ ਹਾਂ, ਆਪਾਂ ਇਹਦੇ ਵਿੱਚ ਕਵਿਤਾ ਪਾਠ ਕਹਿ ਸਕਦੇ ਹਾਂ, ਕਾਵਿ ਦਰਬਾਰ ਕਹਿ ਸਕਦੇ ਹਾਂ। ਤਾਂ ਬਹੁਤ ਸਾਰੀਆਂ ਇੱਥੇ ਜਿਹੜੀਆਂ ਤਕਨੀਕਸ ਨੇ, ਬਹੁਤ ਸਾਰੀਆਂ ਜਿਹੜੀਆਂ ਕਿਰਿਆਵਾਂ ਨੇ ਅਸੀਂ ਉਹ ਲੈ ਸਕਦੇ ਹਾਂ। ਤਾਂ ਇਹਦੇ ਵਿੱਚੋਂ ਹੀ ਅੱਜ ਆਪਾਂ ਕੁਝ ਕਿਰਿਆਵਾਂ ਦੀ ਗੱਲ ਕਰਾਂਗੇ, ਭਾਸ਼ਾ ਦੇ ਰਿਗਾਰਡਿੰਗ ਕੁਝ ਜਿਹੜੀਆਂ ਕਿਰਿਆਵਾਂ ਨੇ ਉਹਦੀ ਗੱਲ ਕਰਾਂਗੇ ਕਿ ਕਿਹੜੀਆਂ ਜਿਹੜੀਆਂ ਕਿਰਿਆਵਾਂ ਨੇ ਉਹ ਸਾਡੇ ਉਹਦੇ ਲਈ ਹੈਲਪਫੁਲ ਹੋ ਸਕਦੀਆਂ ਨੇ ਭਾਸ਼ਾ ਸਿੱਖਣ ਲਈ। ਸਭ ਤੋਂ ਪਹਿਲਾਂ ਅੱਜ ਆਪਾਂ ਗੱਲ ਕਰਦੇ ਹਾਂ ਡਿਬੇਟ ਦੀ, ਜਿਹਨੂੰ ਆਪਾਂ ਵਾਦ ਵਿਵਾਦ ਪ੍ਰਤੀਯੋਗਿਤਾ ਵੀ ਕਹਿ ਸਕਦੇ ਹਾਂ। ਅੱਜ ਆਪਾਂ ਗੱਲ ਕਰਾਂਗੇ ਸਭ ਤੋਂ ਪਹਿਲਾਂ ਵਾਦ ਵਿਵਾਦ ਪ੍ਰਤੀਯੋਗਿਤਾ। ਜਿਹਨੂੰ ਇੰਗਲਿਸ਼ 'ਚ ਆਪਾਂ ਡਿਬੇਟ ਕਹਿੰਦੇ ਆ। ਡਿਬੇਟ ਕਰਵਾਉਣਾ, ਕਿਸੇ ਟੌਪਿਕ ਨੂੰ ਲੈ ਕੇ ਬੱਚਿਆਂ ਦਾ ਆਪਸ 'ਚ ਵਾਦ ਵਿਵਾਦ ਕਰਵਾਉਣਾ। ਤਾਂ ਇਹ ਜਿਹੜੀ ਪ੍ਰਤੀਯੋਗਿਤਾ ਹੈ ਇਹ ਜ਼ਰੂਰੀ ਨਹੀਂ ਹੈਗੀ ਕਿ ਸਿਲੇਬਸ ਵਿੱਚ ਦਿੱਤੀ ਹੋਵੇ, ਜ਼ਰੂਰੀ ਨਹੀਂ ਹੈਗਾ ਕਿ ਜਿਹੜਾ ਕਰਿਕੂਲਮ ਹੈ, ਜਿਹੜਾ ਉਹਨਾਂ ਦਾ ਪਾਠ्यक्रम ਉਹਦੇ ਵਿੱਚ ਦਿੱਤੀ ਹੋਵੇ। ਇਹ ਪਾਠਕ੍ਰਮ ਤੋਂ ਜਿਹੜੇ ਬਾਹਰ ਦੀ ਹੋ ਸਕਦੀ ਹੈ। ਮੋਸਟਲੀ ਇਹ ਕੀ ਹੁੰਦਾ ਗਾ ਆਪਣੇ ਪਾਠਕ੍ਰਮ ਦੇ ਵਿੱਚ ਨਹੀਂ ਹੁੰਦੀ, ਬਲਕਿ ਜਿਹੜੇ ਆਪਣੇ ਵਿਦਿਆਰਥੀ ਹੁੰਦੇ ਨੇ ਉਹਨਾਂ ਦਾ ਆਪਾਂ ਜਨਰਲ ਨੌਲੇਜ ਲਈ, ਉਹਨਾਂ ਦਾ ਆਪਾਂ ਵੱਧ ਗਿਆਨ ਵਧਾਉਣ ਲਈ, ਨਵੀਆਂ ਜਾਣਕਾਰੀਆਂ ਵਿੱਚ ਹਿੱਸਾ ਲੈਣ ਲਈ ਤਾਂ ਆਪਾਂ ਕੀ ਕਰਦੇ ਹਾਂ, ਕੁਝ ਜਿਹੜੀਆਂ ਐਕਸਟਰਾ ਐਕਟੀਵਿਟੀਜ਼ ਕਰਵਾਉਣੇ ਆ ਉਹਨਾਂ ਵਿੱਚ ਵਾਦ ਵਿਵਾਦ ਪ੍ਰਤੀਯੋਗਿਤਾ ਵੀ ਆਉਂਦੀ ਆ। ਤਾਂ ਅੱਜ ਆਪਾਂ ਵਾਦ ਵਿਵਾਦ ਪ੍ਰਤੀਯੋਗਿਤਾ ਬਾਰੇ ਕਰਾਂਗੇ ਕਿ ਇਹ ਡਿਬੇਟ ਕੀ ਹੁੰਦਾ ਗਾ।
ਵਾਦ ਵਿਵਾਦ ਭਾਸ਼ਾ ਸਿੱਖਿਆ ਵਿੱਚ ਬਹੁਤ ਹੀ ਜ਼ਿਆਦਾ ਜਿਹੜੀ ਭੂਮਿਕਾ ਆਪਣੀ ਅਦਾ ਕਰਦੀ ਆ, ਕਿਉਂਕਿ ਇਹਦੇ ਵਿੱਚ ਬੱਚਿਆਂ ਦੇ 2 ਜਾਂ 3 ਗਰੁੱਪ ਬਣਾ ਦਿੱਤੇ ਜਾਂਦੇ ਨੇ। ਤਾਂ ਬੱਚਿਆਂ ਨੂੰ ਇੱਕ ਟੌਪਿਕ ਦੇ ਦਿੱਤਾ ਜਾਂਦਾ, ਇੱਕ ਪ੍ਰੀ ਪਲੈਨਿੰਗ ਜਿਹੜਾ ਟੌਪਿਕ ਹੁੰਦਾ ਗਾ, ਇੱਕ ਪਲਾਨ ਕੀਤਾ ਹੋਇਆ ਟੌਪਿਕ ਹੁੰਦਾ, ਤਾਂ ਬੱਚਿਆਂ ਨੂੰ ਉਹ ਦੱਸ ਦਿੱਤਾ ਜਾਂਦਾ ਗਾ ਕਿ ਤੁਸੀਂ ਇਸ ਟੌਪਿਕ ਤੇ ਆਪਣੇ ਆਪਣੇ ਜਿਹੜੇ ਵਿਚਾਰ ਪੇਸ਼ ਕਰਨੇ ਨੇ। ਕਿਉਂਕਿ ਹਰ ਇੱਕ ਦੇਖੋ ਕੋਈ ਵੀ ਚਾਹੇ ਟੌਪਿਕ ਹੈ, ਹਰ ਇੱਕ ਵਿਚਾਰ ਦੇ ਜਿਹੜੇ 2 ਆਪਣੇ ਆਪਣੇ ਤੱਥ ਹੁੰਦੇ ਨੇ, ਕੁਛ ਉਹਦੇ ਨੈਗੇਟਿਵ ਹੁੰਦੇ ਨੇ, ਕੁਛ ਉਹਦੇ ਪੋਜ਼ਿਟਿਵ ਹੁੰਦੇ ਨੇ। ਕਿਸੇ ਜਿਹੜੇ ਵਿਦਿਆਰਥੀ ਨੇ ਜਾਂ ਕੋਈ ਪਰਸਨ ਉਹਦੇ ਕਿਸ ਪਹਿਲੂ ਨਾਲ ਜ਼ਿਆਦਾ ਜਿਹੜਾ ਪ੍ਰਭਾਵਿਤ ਹੁੰਦਾ ਗਾ, ਕੋਈ ਪਰਸਨ ਇਹਦੇ ਕਿਸੇ ਪਹਿਲੂ ਨਾਲ ਜਿਹੜਾ ਜ਼ਿਆਦਾ ਪ੍ਰਭਾਵਿਤ ਹੁੰਦਾ ਗਾ। ਇਸ ਕਰਕੇ ਜਿਹੜੀ ਵਾਦ ਵਿਵਾਦ ਪ੍ਰਤੀਯੋਗਿਤਾ ਹੈ ਉਹ ਗਿਆਨ ਵਧਾਉਣ ਵਿੱਚ ਬਹੁਤ ਜ਼ਿਆਦਾ ਅਹਿਮੀਅਤ ਰੱਖਦੀ ਹੈ। ਬੱਚਿਆਂ ਨੂੰ ਇੱਕ ਟੌਪਿਕ ਦੇ ਦਿੱਤਾ ਜਾਂਦਾ ਗਾ, ਟੌਪਿਕ ਬਾਰੇ ਜਿਹੜੀ ਜਾਣਕਾਰੀ ਉਹ ਹੋਣੀ ਜ਼ਰੂਰੀ ਆ। ਬੱਚਿਆਂ ਨੂੰ ਟੌਪਿਕ ਬੱਚਿਆਂ ਨੂੰ ਇਹੋ ਜਿਹਾ ਦੇਣਾ ਚਾਹੀਦਾ ਜਿਹਦੇ ਬਾਰੇ ਉਹਨਾਂ ਨੂੰ ਪਹਿਲਾਂ ਨੌਲੇਜ ਹੋਵੇ, ਕਿ ਉਹਨਾਂ ਨੇ ਦੇਖਿਆ ਹੋਵੇ ਜਾਂ ਸੁਣਿਆ ਹੋਵੇ। ਉਹਨਾਂ ਨੂੰ ਇਹੋ ਜਿਹਾ ਟੌਪਿਕ ਨਹੀਂ ਦੇਣਾ ਚਾਹੀਦਾ ਜਿਹਦੇ ਬਾਰੇ ਉਹਨੂੰ ਕੁਝ ਪਤਾ ਹੀ ਨਾ ਹੋਵੇ। ਜਦੋਂ ਉਹਨਾਂ ਨੂੰ ਕਿਸੇ ਟੌਪਿਕ ਬਾਰੇ, ਕਿਸੇ ਵਿਸ਼ੇ ਬਾਰੇ ਪਤਾ ਹੋਏਗਾ ਤਾਂ ਉਹਨਾਂ ਨੂੰ ਗਰੁੱਪ ਬਣਾ ਕੇ 2 ਜਾਂ 3 ਗਰੁੱਪ ਬਣਾ ਕੇ, ਮੋਸਟਲੀ ਕਿ 2 ਗਰੁੱਪ ਬਣਾ ਦਿੱਤੇ ਜਾਂਦੇ ਨੇ ਬੱਚਿਆਂ ਦੇ। ਉਹ ਆਪਣੇ ਆਪਣੇ ਇੱਕ ਉਹਦੇ ਕੀ ਆ ਪੋਜ਼ਿਟਿਵ ਪੁਆਇੰਟ ਬਾਰੇ ਗੱਲ ਕਰਦਾ, ਇੱਕ ਉਹਦੇ ਨੈਗੇਟਿਵ ਪੁਆਇੰਟ ਬਾਰੇ ਗੱਲ ਕਰਦਾ। ਫੋਰ ਐਗਜ਼ਾਮਪਲ ਲੈ ਲਈਏ ਕਿ ਆਪਾਂ ਸਾਇੰਸ ਐਂਡ ਟੈਕਨੋਲੋਜੀ ਦਾ ਇੱਕ ਵਿਸ਼ਾ ਦੇ ਦਿੱਤਾ ਕਿ ਸਾਇੰਸ ਐਂਡ ਟੈਕਨੋਲੋਜੀ ਆ, ਇਹਦੇ ਉੱਪਰ ਜਿਹੜਾ ਵਾਦ ਵਿਵਾਦ ਉਹ ਕੀਤਾ ਜਾਵੇ। ਹੁਣ ਸਾਇੰਸ ਐਂਡ ਟੈਕਨੋਲੋਜੀ ਦੇ ਆਪਣੇ ਆਪਣੇ ਜਿਹੜੇ ਪਹਿਲੂ ਨੇ, ਉਹਦੇ ਦੋਨੋਂ ਪਹਿਲੂ ਨੇ, ਉਹਦੇ ਪੋਜ਼ਿਟਿਵ ਵੀ ਹੈਗਾ, ਉਹਦਾ ਨੈਗੇਟਿਵ ਵੀ ਹੈਗਾ। ਹੁਣ ਕੁਝ ਵਿਦਿਆਰਥੀਆਂ ਨੂੰ ਲੱਗਦਾ ਗਾ ਕਿ ਜਿਹੜੀ ਸਾਇੰਸ ਤੇ ਟੈਕਨੋਲੋਜੀ ਆ ਉਹਨੇ ਸਾਡੀ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਜਿਹੜੀ ਕਹਿ ਲਈਏ ਕਿ ਕ੍ਰਾਂਤੀ ਲੈ ਕੇ ਆਈ ਆ, ਸਾਡੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੈ। ਤੇ ਦੂਜੇ ਹੀ ਵਿਦਿਆਰਥੀ ਜਿਹੜੇ ਦੂਸਰੀ ਸਾਈਡ ਬੈਠੇ ਨੇ, ਉਹਨਾਂ ਨੂੰ ਲੱਗਦਾ ਕਿ ਸਾਇੰਸ ਐਂਡ ਟੈਕਨੋਲੋਜੀ ਨੇ ਸਾਡੀ ਜਿੰਨੀ ਸਹੂਲੀਅਤ ਕੀਤੀ ਹੈ ਕਿ ਉਦੋਂ ਜ਼ਿਆਦਾ ਨੁਕਸਾਨ ਕੀਤੇ ਨੇ, ਕਿ ਕਿਤੇ ਜ਼ਿਆਦਾ ਸਾਡਾ ਨੁਕਸਾਨ ਹੋ ਗਿਆ ਸਾਇੰਸ ਐਂਡ ਟੈਕਨੋਲੋਜੀ ਨਾਲ। ਹਰ ਇੱਕ ਜਿਹੜਾ ਵਿਦਿਆਰਥੀ ਉਹ ਆਪਣੇ ਆਪਣੇ ਜਿਹੜੇ ਵਿਚਾਰ ਨੇ ਉਹ ਆਪਣੇ ਆਪਣੇ ਤਰੀਕੇ ਨਾਲ ਇਹਨਾਂ ਦੋਨੇ ਪਹਿਲੂਆਂ ਤੇ ਦਿੰਦੇ ਨੇ। ਤੇ ਇੱਥੇ ਵਿਦਿਆਰਥੀਆਂ ਨੂੰ ਕੀ ਫਾਇਦਾ ਹੁੰਦਾ, ਇੱਥੇ ਉਹਨਾਂ ਨੂੰ ਨਾ ਇੱਕ ਆਪਣੀ ਜਿਹੜੀ ਤਰਕਪੂਰਨ ਤਰੀਕੇ ਨਾਲ ਵਿਚਾਰ ਦੇਣ ਦੀ ਜਿਹੜੀ ਆਦਤ ਉਹ ਪੈ ਜਾਂਦੀ ਹੈ। ਇੱਕ ਤਰਕਪੂਰਨ ਤਰੀਕੇ ਨਾਲ ਉਹ ਵਿਚਾਰ ਦੇਣਾ ਸਿੱਖ ਜਾਂਦੇ ਨੇ। ਤਾਂ ਉਹ ਆਪਣੇ ਮਤ ਵਿੱਚ ਵੱਖ-ਵੱਖ ਉਦਾਹਰਨਾਂ ਦੇ ਕੇ ਆਪਣੇ ਜਿਹੜੇ ਵਿਚਾਰ ਹੁੰਦੇ ਨੇ ਉਹਨੂੰ ਸਾਬਿਤ ਕਰਨ ਦੀ ਜਿਹੜੀ ਕੋਸ਼ਿਸ਼ ਕਰਦੇ ਨੇ। ਵਕਤ ਆਪਣੀ ਤਰਕ ਸ਼ਕਤੀ ਤੇ ਜਿਹੜੀ ਵਿਚਾਰ ਸ਼ਕਤੀ ਹੁੰਦੀ ਉਹਦਾ ਪ੍ਰਯੋਗ ਕਰਕੇ ਇਸ ਦੇ ਹੱਕ ਵਿੱਚ ਜਾਂ ਇਸ ਦੇ ਵਿਰੋਧ ਵਿੱਚ ਜਿਹੜੀਆਂ ਦਲੀਲਾਂ ਦਿੰਦੇ ਨੇ ਤੇ ਆਪਣੇ ਆਪ ਨੂੰ ਸਹੀ ਸਾਬਿਤ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾਂਦੀ ਹੈ। ਉਹ ਆਪਣੇ ਆਪਣੇ ਪਹਿਲੂ ਨੂੰ ਆਪਣੇ ਆਪਣੇ ਤਰੀਕੇ ਨਾਲ ਇੱਕ ਵਧੀਆ ਦੱਸਦੇ ਨੇ ਕਿ ਸਾਡਾ ਜਿਹੜਾ ਪਹਿਲੂ ਆ ਉਹ ਕਿਵੇਂ ਠੀਕ ਹੋ ਸਕਦਾ ਹੈ। ਇਸ ਕਰਕੇ ਜਿਹੜੀ ਵਾਦ ਵਿਵਾਦ ਪ੍ਰਤੀਯੋਗਿਤਾ ਹੈ, ਇੱਕ ਤਾਂ ਇਹ ਬੱਚੇ ਬੜੇ ਫਿਰ ਇੰਟਰਸਟ ਨਾਲ ਕਰਦੇ ਆ, ਕਿਉਂਕਿ ਉੱਥੇ ਇੱਕ ਤਰੀਕੇ ਦਾ ਨਾ ਕੰਪੀਟੀਸ਼ਨ ਹੋ ਜਾਂਦਾ। ਉਹ ਆਪਣੇ ਵੱਧ ਤੋਂ ਵੱਧ ਵਿਚਾਰ ਉੱਥੇ ਪੇਸ਼ ਕਰਨ ਦੀ ਕੋਸ਼ਿਸ਼ ਕਰਦਾ, ਜਿਹਦੇ ਨਾਲ ਕੀ ਹੁੰਦਾ ਭਾਸ਼ਾ ਤੇ ਉਹਨਾਂ ਦੀ ਪਕੜ ਬਣਦੀ ਹੈ। ਕਿਉਂਕਿ ਜਿੰਨੀ ਜ਼ਿਆਦਾ ਬੋਲਣ ਦੀ ਪ੍ਰੈਕਟਿਸ ਹੁੰਦੀ ਹੈ ਉਨੀ ਜ਼ਿਆਦਾ ਕਿ ਸਾਡਾ ਜਿਹੜਾ ਭਾਸ਼ਾ ਦਾ ਮੌਲਿਕ ਰੂਪ ਆ ਉਹ ਸੁਧਰਦਾ ਜਾਂਦਾ। ਤਾਂ ਆਪਣੇ ਜਿਹੜੇ ਵਾਦ ਵਿਵਾਦ ਪ੍ਰਤੀਯੋਗਿਤਾ ਹੈ ਬੱਚਿਆਂ ਲਈ, ਤਾਂ ਉਹਦੇ ਕੀ ਫਾਇਦੇ ਹੋ ਸਕਦੇ ਨੇ ਬੱਚਿਆਂ ਨੂੰ, ਅਸੀਂ ਇੱਥੇ ਗੱਲ ਕਰਦੇ ਹਾਂ। ਜਿਹੜੇ ਵਾਦ ਵਿਵਾਦ ਪ੍ਰਤੀਯੋਗਿਤਾ ਹੈ ਉਹਦੇ ਕੀ ਲਾਭ ਹਨ। ਆਪਾਂ ਇੱਥੇ ਲਾਭ ਦੀ ਗੱਲ ਕਰਦੇ ਹਾਂ। ਵਾਦ ਵਿਵਾਦ ਪ੍ਰਤੀਯੋਗਿਤਾ ਦੇ ਲਾਭ ਬਾਰੇ ਗੱਲ ਕਰਾਂਗੇ ਕਿ ਅਗਰ ਅਸੀਂ ਵਾਦ ਵਿਵਾਦ ਪ੍ਰਤੀਯੋਗਿਤਾ ਕਰਵਾ ਰਹੇ ਹਾਂ ਉਸਦੇ ਕੋਈ ਫਾਇਦੇ ਵੀ ਹੈਗੇ ਨੇ ਕਿ ਨਹੀਂ ਹੈਗੇ। ਤਾਂ ਸਭ ਤੋਂ ਪਹਿਲਾਂ ਜਿਹੜੀ ਫਾਇਦੇ ਵਾਲੀ ਗੱਲ ਹੈ, ਵਿਦਿਆਰਥੀਆਂ ਦੀ ਜਿਹੜੀ ਪ੍ਰਗਟਾ ਸ਼ਕਤੀ ਹੈ ਉਹਦਾ ਜਿਹੜਾ ਵਿਕਾਸ ਹੁੰਦਾ ਗਾ। ਪ੍ਰਗਟਾ ਸ਼ਕਤੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਪ੍ਰਗਟਾ ਸ਼ਕਤੀ ਦਾ ਵਿਕਾਸ। ਪ੍ਰਗਟਾ ਸ਼ਕਤੀ ਦਾ ਜਿਹੜਾ ਵਿਕਾਸ ਹੈ ਉਹ ਕਿਵੇਂ ਹੋਊਗਾ। ਪ੍ਰਗਟਾ ਸ਼ਕਤੀ ਦਾ ਵਿਕਾਸ ਜਿਹੜੇ ਵਿਦਿਆਰਥੀ ਨੇ ਉਹ ਆਪਣੇ ਵਿਚਾਰ ਲਿਖ ਕੇ ਜਾਂ ਫਿਰ ਬੋਲ ਕੇ ਦੂਜਿਆਂ ਦੇ ਸਾਹਮਣੇ ਪੇਸ਼ ਕਰਦੇ ਆ ਵਾਦ ਵਿਵਾਦ ਵਿੱਚ। ਤੇ ਇੱਥੇ ਕੀ ਹੁੰਦਾ ਗਾ, ਜਦੋਂ ਉਹ ਲਿਖ ਕੇ ਤੇ ਜਾਂ ਫਿਰ ਬੋਲ ਕੇ ਵਿਚਾਰ ਕਰਦੇ ਨੇ ਤਾਂ ਆਪਣੇ ਇੱਕ ਤਰੀਕੇ ਦੇ ਨਾਲ ਵਿਚਾਰਾਂ ਦਾ ਪ੍ਰਗਟਾਅ ਕਰਦੇ ਨੇ। ਤੇ ਜਦੋਂ ਉਹ ਵਿਚਾਰਾਂ ਦਾ ਪ੍ਰਗਟਾਅ ਕਰਦੇ ਨੇ ਤਾਂ ਉਹਨਾਂ ਦੀ ਹੈਜ਼ੀਟੇਸ਼ਨ ਦੂਰ ਹੁੰਦੀ ਆ। ਕਈ ਬੱਚੇ ਹੁੰਦੇ ਨੇ ਕਿ ਬੜੀ ਉਹਨਾਂ ਨੂੰ ਝਿਜਕ ਹੁੰਦੀ ਹੈ ਦੂਸਰਿਆਂ ਦੇ ਸਾਹਮਣੇ ਆਪਣੇ ਵਿਚਾਰ ਪੇਸ਼ ਕਰਨ ਤੋਂ। ਤੇ ਜਦੋਂ ਇਹੋ ਜਿਹੀ ਪ੍ਰਤੀਯੋਗਿਤਾ ਵਿੱਚ ਉਹਨਾਂ ਦਾ ਆਪਾਂ ਭਾਗ ਲੈਣਾ ਲਾਜ਼ਮੀ ਕਰ ਦਿੰਦੇ ਹਾਂ ਤਾਂ ਹੌਲੀ ਹੌਲੀ ਬੱਚੇ ਦਾ ਕੀ ਹੁੰਦਾ ਗਾ, ਉਹ ਜਿਹੜੀ ਸੰਗ ਹੁੰਦੀ ਹੈ, ਜਿਹੜੀ ਝਿਜਕ ਹੁੰਦੀ ਆ ਉਹ ਦੂਰ ਹੋਣੀ ਸ਼ੁਰੂ ਹੋ ਜਾਂਦੀ ਹੈ। ਤਾਂ ਆਪਣੀ ਜਿਹੜੀ ਸ਼ਕਤੀ ਦਾ ਪ੍ਰਗਟਾਅ ਸ਼ਕਤੀ ਦਾ ਜਿਹੜਾ ਉਹ ਵਿਕਾਸ ਉਹ ਬੜਾ ਵਧੀਆ ਹੁੰਦਾ ਤੇ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਉਹਦੀ ਇੱਥੇ ਪਰਸਨੈਲਿਟੀ ਡਿਵੈਲਪ ਹੁੰਦੀ ਹੈ, ਉੱਥੇ ਦੀ ਸ਼ਖਸੀਅਤ ਦਾ ਜਿਹੜਾ ਵਿਕਾਸ ਹੁੰਦਾ। ਅੱਗੇ ਆਪਾਂ ਗੱਲ ਕਰਦੇ ਹਾਂ ਆਤਮ ਵਿਸ਼ਵਾਸ ਪੂਰਵਕ ਆਪਾਂ ਨੂੰ ਆਪਣੇ ਜਿਹੜੇ ਵਿਚਾਰ
ਪੇਸ਼ ਕਰਨ ਉਹਨਾਂ ਨੂੰ ਆਉਂਦੇ ਨੇ। ਤਾਂ ਉੱਥੇ ਕੀ ਹੁੰਦਾ, ਉਹਨਾਂ ਦਾ ਆਤਮ ਵਿਸ਼ਵਾਸ ਨੂੰ बढ़ावा ਮਿਲਦਾ ਗਾ। ਉੱਥੇ ਉਹਨਾਂ ਦਾ ਆਤਮ ਵਿਸ਼ਵਾਸ ਹੈ ਜਿਹੜਾ ਉਹ ਬਣਦਾ ਗਾ। ਜਿਵੇਂ ਆਪਾਂ ਉੱਪਰ ਹੀ ਗੱਲ ਕੀਤੀ ਸੀਗੀ, ਜਦੋਂ ਬੱਚਿਆਂ ਦੀ ਝਿਜਕ ਦੂਰ ਹੋ ਜਾਂਦੀ ਹੈ, ਜਦੋਂ ਬੱਚਿਆਂ ਨੂੰ ਲੱਗਦਾ ਗਾ ਕਿ ਹੁਣ ਉਹ ਦੂਸਰਿਆਂ ਦੇ ਸਾਹਮਣੇ ਬੋਲ ਸਕਦੇ, ਆਪਣੇ ਵਿਚਾਰ ਹੈ ਜਿਹੜੇ ਦੂਸਰਿਆਂ ਨੂੰ ਦੱਸ ਸਕਦੇ, ਤਾਂ ਉਹਨਾਂ ਦਾ ਕੀ ਹੈ, ਸੈਲਫ ਕੌਨਫੀਡੈਂਸ ਵੱਧਦਾ ਗਾ। ਜਦੋਂ ਉਹਨਾਂ ਦਾ ਸੈਲਫ ਕੌਨਫੀਡੈਂਸ ਵੱਧਦਾ ਫਿਰ ਕੀ ਹੁੰਦਾ ਗਾ, ਸ਼ਖਸੀਅਤ ਦਾ ਉੱਥੇ ਵਿਕਾਸ ਹੁੰਦਾ ਗਾ। ਤੇ ਇਸ ਕਰਕੇ ਵਾਦ ਵਿਵਾਦ ਪ੍ਰਤੀਯੋਗਿਤਾ 'ਚ ਜਦੋਂ ਬੱਚਾ ਜਿੰਨਾ ਹਿੱਸਾ ਲੈਂਦਾ ਉਹਨਾਂ ਕੀ ਉਹਦਾ ਆਤਮ ਵਿਸ਼ਵਾਸ ਹੈ ਜਿਹੜਾ ਉਹ ਵੱਧਦਾ ਜਾਂਦਾ ਗਾ। ਹੋਰ ਕੀ ਹੋ ਸਕਦਾ ਗਾ, ਆਪਾਂ ਗੱਲ ਕਰ ਸਕਦੇ ਹਾਂ ਭਾਸ਼ਾ ਉੱਤੇ ਅਧਿਕਾਰ। ਹੁਣ ਦੇਖੋ, ਬੱਚੇ ਦਾ ਭਾਸ਼ਾ ਉੱਪਰ ਅਧਿਕਾਰ ਕਦੋਂ ਹੋਊਗਾ, ਜਦੋਂ ਭਾਸ਼ਾ ਦੀ ਉਹ ਪ੍ਰੈਕਟਿਸ ਕਰੂਗਾ, ਜਦੋਂ ਭਾਸ਼ਾਈ ਕਿਰਿਆਵਾਂ ਵਿੱਚ ਉਹ ਪਾਰਟਿਸਿਪੇਟ ਕਰੂਗਾ। ਕਿਉਂਕਿ ਅਸੀਂ ਭਾਸ਼ਾ ਕੋਈ ਵੀ ਸਿੱਖਣੀ ਹੈ, ਚਾਹੇ ਸਾਡੀ ਮਾਤ ਭਾਸ਼ਾ ਗੀ, ਚਾਹੇ ਐਕਸਟਰਾ ਹੋਰ ਕੋਈ ਭਾਸ਼ਾ ਗੀ, ਜਿਵੇਂ ਆਪਾਂ ਹਿੰਦੀ ਕਹਿ ਲਈਏ, ਇੰਗਲਿਸ਼ ਕਹਿ ਦਈਏ, ਕੋਈ ਫ੍ਰੈਂਚ ਕਹਿ ਦਈਏ, ਕੋਈ ਵੀ ਭਾਸ਼ਾ ਆਪਾਂ ਲੈ ਲਓ, ਉਸ ਉੱਤੇ ਅਧਿਕਾਰ ਕਦੋਂ ਹੁੰਦਾ ਗਾ, ਜਦੋਂ ਅਸੀਂ ਪ੍ਰੈਕਟਿਸ ਕਰਦੇ ਹਾਂ, ਜਦੋਂ ਅਸੀਂ ਅਭਿਆਸ ਕਰਦੇ ਹਾਂ। ਤੇ ਜਿਹੜੀ ਵਾਦ ਵਿਵਾਦ ਪ੍ਰਤੀਯੋਗਿਤਾ ਉਹ ਕੀ ਆ, ਅਭਿਆਸ ਕਰਨ ਦਾ ਵੀ ਇੱਕ ਵਧੀਆ ਤਰੀਕਾ ਹੈ। ਉੱਥੇ ਵੀ ਕੀ ਆ, ਜਿਹੜੇ ਵਿਚਾਰ ਆ ਉੱਥੇ ਹਰ ਇੱਕ ਜਿਹੜਾ ਪਾਰਟਿਸਿਪੇਟ ਹੈ, 2 ਬੱਚਿਆਂ ਦਾ ਗਰੁੱਪ ਹੈ ਜਾਂ 4 ਦਾ ਗਰੁੱਪ ਹੈ, ਉਹਨਾਂ ਨੂੰ ਕੀ ਆ, ਆਪਣੇ ਆਪਣੇ ਜਿਹੜੇ ਵਿਚਾਰ ਪੇਸ਼ ਕਰਨ ਦਾ ਮੌਕਾ ਮਿਲਦਾ, ਉਹ ਬੋਲ ਕੇ ਆਪਣੇ ਜਿਹੜੇ ਵਿਚਾਰ ਪੇਸ਼ ਕਰਦੇ ਨੇ। ਤੇ ਉਦੋਂ ਕੀ ਹੁੰਦਾ, ਉਹਨਾਂ ਦੀ ਇੱਕ ਤਰ੍ਹਾਂ ਦੀ ਜਿਹੜੀ ਪ੍ਰੈਕਟਿਸ ਹੁੰਦੀ ਆ, ਉਹ ਭਾਸ਼ਾ ਦੀ ਜਿਹੜੀ ਵੋਕੈਬਲਰੀ ਹੈ, ਉਹ ਨਵੀਂ ਜਿਹੜੀ ਸ਼ਬਦਾਵਲੀ ਉਹਨੂੰ ਸਿੱਖਦੇ ਨੇ। ਤੇ ਵਿਆਕਰਨਿਕ ਤੌਰ ਤੇ ਜੇ ਕੋਈ ਗਲਤੀਆਂ ਹੁੰਦੀਆਂ ਨੇ ਤਾਂ ਉਹਨੂੰ ਵੀ ਸੁਧਾਰਨ ਦਾ ਉਹਦਾ ਮੌਕਾ ਮਿਲਦਾ ਹੈ, ਜਿਸ ਨਾਲ ਕੀ ਹੁੰਦਾ, ਉਹਦਾ ਭਾਸ਼ਾ ਦੇ ਉੱਤੇ ਜਿਹੜਾ ਅਧਿਕਾਰ ਹੈ ਉਹ ਵੱਧਦਾ ਗਾ। ਤਾਂ ਭਾਸ਼ਾ ਉੱਪਰ ਅਧਿਕਾਰ ਵਾਦ ਵਿਵਾਦ ਪ੍ਰਤੀਯੋਗਿਤਾ ਰਾਹੀਂ ਕੀ ਆ, ਬੜੀ ਚੰਗੀ ਤਰੀਕੇ ਨਾਲ ਸਿੱਖ ਲੈਂਦੇ ਨੇ। ਇੱਕ ਜਨਰਲ ਨੌਲੇਜ ਵੀ ਹੋ ਜਾਂਦੀ ਹੈ, ਉੱਪਰ ਕੀ ਆ, ਭਾਸ਼ਾ ਉੱਪਰ ਜਿਹੜਾ ਅਧਿਕਾਰ ਹੈ ਉਹ ਵੀ ਬੱਚੇ ਨੂੰ ਹੋ ਜਾਂਦਾ ਗਾ। ਤਾਂ ਆਪਾਂ ਗੱਲ ਕਰਦੇ ਹਾਂ ਮੌਲਿਕ ਸ਼ੈਲੀ ਦਾ ਵਿਕਾਸ। ਹੁਣ ਮੌਲਿਕ ਸ਼ੈਲੀ ਕਿਹੜੀ ਹੁੰਦੀ ਆ, ਮੌਲਿਕ ਸ਼ੈਲੀ ਜਿਵੇਂ ਭਾਸ਼ਾ ਦਾ ਜਿਹੜਾ ਮੌਲਿਕ ਰੂਪ ਹੁੰਦਾ ਗਾ, ਮੌਲਿਕ ਰੂਪ ਕਿਹੜਾ, ਬੋਲ ਚਾਲ ਦਾ ਰੂਪ। ਤੇ ਵਾਦ ਵਿਵਾਦ ਪ੍ਰਤੀਯੋਗਿਤਾ ਵਿੱਚ ਮੋਸਟਲੀ ਕੀ ਹੁੰਦਾ ਗਾ, ਬੋਲ ਕੇ ਆਪਣੇ ਇੱਕ ਦੂਜੇ ਦੇ ਮੱਤ ਜੀ, ਇੱਕ ਦੂਸਰੇ ਦੇ ਵਿਚਾਰ ਜਿਹੜੇ ਪੇਸ਼ ਹੁੰਦੇ ਨੇ ਇੱਕ ਦੂਸਰੇ ਦੇ ਸਾਹਮਣੇ ਹੋਗੀ ਬੋਲ ਕੇ ਹੁੰਦਾ, ਭਾਸ਼ਾ ਦਾ ਮੌਲਿਕ ਰੂਪ ਵਿੱਚ ਹੁੰਦਾ। ਤਾਂ ਇਸ ਕਰਕੇ ਵਾਦ ਵਿਵਾਦ ਪ੍ਰਤੀਯੋਗਿਤਾ ਰਾਹੀਂ ਕੀ ਹੈ, ਅਸੀਂ ਜਿਹੜਾ ਮੌਲਿਕ ਸ਼ੈਲੀ ਦਾ ਵਿਕਾਸ ਹੈ ਉਹ ਕਰ ਸਕਦੇ ਹਾਂ। ਅੱਗੇ ਆਪਾਂ ਗੱਲ ਕਰਦੇ ਹਾਂ ਪੰਜਾਬੀ ਸਾਹਿਤ ਦੀ ਜਾਣਕਾਰੀ ਵਿੱਚ ਵਾਧਾ। ਪੰਜਾਬੀ ਸਾਹਿਤ ਦੀ ਜਾਣਕਾਰੀ ਵਿੱਚ ਵਾਧਾ। ਪੰਜਾਬੀ ਸਾਹਿਤ ਦੀ, ਹੁਣ ਆਪਾਂ ਇੱਥੇ ਗੱਲ ਵੀ ਟੀਚਿੰਗ ਆਫ ਪੰਜਾਬੀ ਦੀ ਕਰ ਰਹੇ ਹਾਂ, ਤਾਂ ਆਪਾਂ ਇੱਥੇ ਗੱਲ ਕਰਦੇ ਹਾਂ ਪੰਜਾਬੀ ਸਾਹਿਤ ਦੀ ਜਾਣਕਾਰੀ ਵਿੱਚ ਵਾਧਾ। ਇੱਥੇ ਆਪਾਂ ਬੱਚਿਆਂ ਨੂੰ ਵਾਦ ਵਿਵਾਦ, ਕਿਸੇ ਪੰਜਾਬੀ ਸਾਹਿਤ ਬਾਰੇ, ਕਿਸੇ ਪੰਜਾਬੀ ਭਾਸ਼ਾ ਨਾਲ ਜਿਹੜੇ ਮਿਲਦਾ ਜੁਲਦਾ ਟੌਪਿਕ ਆਪਾਂ ਜਦੋਂ ਉੱਥੇ ਉਹਨੂੰ ਡਿਬੇਟ ਕਰਵਾਉਂਦੇ ਆ, ਵਾਦ ਵਿਵਾਦ ਕਰਵਾਉਂਦੇ ਆ, ਤਾਂ ਆਟੋਮੈਟਿਕਲੀ ਕੀ ਹੁੰਦਾ, ਪੰਜਾਬੀ ਜਿਹੜੀ ਸਾਹਿਤ ਹੈ, ਪੰਜਾਬੀ ਜਿਹੜੀ ਕਲਚਰ ਦੀ ਨੌਲੇਜ ਆ ਉਹ ਬੱਚੇ ਦੀ ਉਹ ਵੱਧਦੀ ਆ। ਅੱਗੇ ਆਪਾਂ ਗੱਲ ਕਰਦੇ ਹਾਂ ਜਿਹੜਾ ਸ਼ੁੱਧ ਭਾਸ਼ਾ ਦਾ ਗਿਆਨ, ਸ਼ੁੱਧ ਉਚਾਰਨ ਜਾਂ ਫਿਰ ਸ਼ੁੱਧ ਭਾਸ਼ਾ ਦਾ ਗਿਆਨ। ਹੁਣ ਬੱਚਾ ਜਿੰਨਾ ਜ਼ਿਆਦਾ ਬੋਲਣ ਦੀ ਜਿਹੜੀ ਪ੍ਰੈਕਟਿਸ ਕਰੂਗਾ ਓਨੀ ਹੀ ਜ਼ਿਆਦਾ ਕੀ ਆ, ਉਹ ਸ਼ੁੱਧ ਭਾਸ਼ਾ ਬੋਲੂਗਾ ਤੇ ਉਹਦਾ ਜਿਹੜਾ ਉਚਾਰਨ ਹੈ ਉਹ ਓਨਾ ਹੀ ਜ਼ਿਆਦਾ ਸ਼ੁੱਧ ਹੋਊ। ਉਹਨੂੰ ਜਿਹੜੇ ਪ੍ਰੋਨੰਸੀਏਸ਼ਨ ਦੀ ਓਨੀ ਹੀ ਵੱਧ ਜਾਣਕਾਰੀ ਪ੍ਰਾਪਤ ਹੋਊਗੀ। ਤਾਂ ਇਸ ਕਰਕੇ ਕੀ ਆ, ਡਿਬੇਟ ਹੁੰਦਾ ਜਿਹੜਾ ਵਾਦ ਵਿਵਾਦ ਪ੍ਰਤੀਯੋਗਿਤਾ ਵਿੱਚ ਵਿਦਿਆਰਥੀ ਜ਼ਿਆਦਾ ਤੋਂ ਜ਼ਿਆਦਾ ਬੋਲਣ ਦੀ ਕੋਸ਼ਿਸ਼ ਕਰਦਾ ਤੇ ਉਹਦਾ ਉਚਾਰਨ ਉਨਾ ਹੀ ਜ਼ਿਆਦਾ ਸੁਧਰਦਾ। ਜਿੱਥੇ ਕਿਤੇ ਕੋਈ ਗਲਤੀ ਹੁੰਦੀ ਆ, ਬੱਚੇ ਨੂੰ ਆਪਣੇ ਉਚਾਰਨ ਬਾਰੇ ਜਿਹੜੀ ਜਾਣਕਾਰੀ ਉਹ ਮਿਲਦੀ ਹੈ ਤੇ ਉਹਨੂੰ ਸ਼ੁੱਧ ਬੋਲਣ ਦੀ ਜਿਹੜੀ ਜਾਂਚ ਹੈ ਉਹ ਆ ਜਾਂਦੀ ਹੈ। ਅੱਗੇ ਆਪਾਂ ਗੱਲ ਕਰਦੇ ਹਾਂ ਤਰਕ ਸ਼ਕਤੀ ਤੇ ਵਿਚਾਰ ਸ਼ਕਤੀ ਦਾ ਵਿਕਾਸ। ਤਰਕ ਸ਼ਕਤੀ ਤੇ ਵਿਚਾਰ ਸ਼ਕਤੀ ਦਾ ਵਿਕਾਸ। ਹੁਣ ਜਿਹੜੀ ਤਰਕ ਸ਼ਕਤੀ ਤੇ ਵਿਚਾਰ ਸ਼ਕਤੀ ਦਾ ਆਪਾਂ ਵਿਕਾਸ ਇੱਥੇ ਲਿਖਤਾ, ਪਰ ਉਹ ਕਿਵੇਂ ਹੁੰਦਾ ਗਾ, ਦੇਖੋ ਜਦੋਂ ਵਾਦ ਵਿਵਾਦ ਪ੍ਰਤੀਯੋਗਿਤਾ ਹੁੰਦੀ ਆ ਉੱਥੇ ਇੱਕ ਟੌਪਿਕ ਨੂੰ ਲੈ ਕੇ ਉਹਦੇ ਸੱਜੇ ਖੱਬੇ ਦੋਨੇ ਪਹਿਲੂਆਂ ਤੇ ਗੱਲ ਹੁੰਦੀ ਆ। ਤਾਂ ਜਿਹੜੇ ਵਿਦਿਆਰਥੀ ਹੁੰਦੇ ਨੇ
ਜਿਹੜੇ ਬੱਚੇ ਹੁੰਦੇ ਨੇ ਉਹ ਆਪਣੇ ਆਪਣੇ ਤਰਕ ਦੇ ਅਨੁਸਾਰ ਕੀ ਕਰਦੇ ਨੇ, ਆਪਣੀ ਗੱਲ ਨੂੰ ਸਹੀ ਸਾਬਿਤ ਕਰਦੇ ਨੇ, ਨਵੇਂ ਵਿਚਾਰਾਂ ਨੂੰ ਅਗਲੇ ਵਿਚਾਰਾਂ ਨਾਲ ਜੋੜ ਕੇ ਕੀ ਕਰਦੇ ਨੇ, ਉਹ ਆਪਣੀ ਜਿਹੜੀ ਗੱਲ ਹੈ, ਜਿਹੜਾ ਆਪਣਾ ਵਿਚਾਰ ਉਹਨੂੰ ਸਹੀ ਸਾਬਿਤ ਕਰਨ ਦੀ ਕੋਸ਼ਿਸ਼ ਕਰਦੇ ਨੇ, ਉਹਨੂੰ ਪ੍ਰੂਫ ਕਰਨ ਦੀ ਕੋਸ਼ਿਸ਼ ਕਰਦੇ ਨੇ, ਜਿਹੜਾ ਕਿ ਤਰਕ ਸ਼ਕਤੀ ਦੇ ਸਹਾਰੇ ਨਾਲ ਹੋ ਸਕਦਾ ਹੁੰਦਾ। ਤੇ ਇਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਜਿਹੜੀ ਵਾਦ ਵਿਵਾਦ ਪ੍ਰਤੀਯੋਗਿਤਾ ਗੀ ਉਹ ਬੱਚਿਆਂ ਦੀ ਤਰਕ ਸ਼ਕਤੀ ਤੇ ਵਿਚਾਰ ਸ਼ਕਤੀ ਦਾ ਵਿਕਾਸ ਕਰਨ ਵਿੱਚ ਬਹੁਤ ਜ਼ਿਆਦਾ ਸਹਾਇਕ ਹੁੰਦੀ ਹੈ। ਅੱਗੇ ਆਪਾਂ ਗੱਲ ਕਰਦੇ ਹਾਂ ਲੜੀਬੱਧ ਤਰੀਕੇ ਨਾਲ ਵਿਚਾਰ ਪੇਸ਼ ਕਰਨ ਦੀ ਆਦਤ। ਲੜੀਬੱਧ ਤਰੀਕੇ ਨਾਲ ਵਿਚਾਰ ਪੇਸ਼ ਕਰਨ ਦਾ ਢੰਗ। ਬੱਚਿਆਂ ਨੂੰ ਇੱਕ ਵਿਚਾਰ ਲੜੀਬੱਧ ਤਰੀਕੇ ਨਾਲ ਵਿਚਾਰ, ਕਿਉਂਕਿ ਜਦੋਂ ਆਪਾਂ ਵਾਦ ਵਿਵਾਦ ਕਰ ਰਹੇ ਹੁੰਦੇ ਆ ਤਾਂ ਆਪਾਂ ਇੱਕ ਸਟੈਪ ਬਾਏ ਸਟੈਪ ਆਪਣੇ ਜਿਹੜੇ ਵਿਚਾਰ ਨੇ ਉਹਨਾਂ ਨੂੰ ਪ੍ਰੂਫ ਕਰਨ ਦੀ ਕੋਸ਼ਿਸ਼ ਕਰਦੇ ਆ। ਤਾਂ ਫਿਰ ਜਿਹੜਾ ਵਾਦ ਵਿਵਾਦ ਆ ਉੱਥੇ ਕੀ ਹੁੰਦਾ ਵਾ, ਇੱਕ ਲੜੀਬੱਧ ਤਰੀਕੇ ਨਾਲ ਜਿਹੜਾ ਵਿਚਾਰ ਪੇਸ਼ ਕਰਨ ਦੀ ਆਦਤ ਬੱਚੇ ਨੂੰ ਆ ਜਾਂਦੀ ਹੈ, ਜਾਂ ਇੱਕ ਢੰਗ ਉਹਨੂੰ ਪਤਾ ਲੱਗ ਜਾਂਦਾ ਕਿ ਆਪਾਂ ਕਿੱਥੋਂ ਸਟਾਰਟ ਕਰਨਾ। ਆਪਾਂ ਜਿਸ ਵਿਸ਼ੇ ਵਸਤੂ ਬਾਰੇ ਗੱਲ ਕਰ ਰਹੇ ਹਾਂ ਤਾਂ ਪਹਿਲਾਂ ਆਪਾਂ ਜਿਵੇਂ ਉਹਦੀ ਇੰਟਰੋਡਕਸ਼ਨ ਦੇਣੀ ਆ। ਅਗਰ ਆਪਾਂ ਕਹਾਣੀ ਜਾਂ ਨਾਵਲ ਜਾਂ ਕੋਈ ਇਹੋ ਜਿਹਾ ਕਿਸੇ ਸਾਹਿਤ ਵੰਨਗੀ ਦਾ ਆਪਾਂ ਚਰਚਾ ਕਰ ਰਹੇ ਹਾਂ ਤਾਂ ਉੱਥੇ ਪਹਿਲਾਂ ਆਪਾਂ ਉਹਦੀ ਕਿਵੇਂ ਇੰਟਰੋਡਕਸ਼ਨ ਦੇਣੀ ਹੈ ਤੇ ਕਿਵੇਂ ਉਹਦੇ ਜਿਹੜਾ ਪੱਖ ਆ ਉਹ ਸਾਹਮਣੇ ਰੱਖਣਾ, ਤੇ ਇੱਕ ਜਿਹੜਾ ਸਟੈਪ ਬਾਏ ਸਟੈਪ ਜਿਹੜਾ ਇੱਥੇ ਵਿਚਾਰ ਆ ਉਹ ਦੇਣਾ, ਇੱਕ ਤਰਕਪੂਰਨ ਤਰੀਕੇ ਨਾਲ ਲੜੀਬੱਧ ਤਰੀਕੇ ਵਿੱਚ ਜਿਹੜਾ ਵਿਚਾਰ ਹੈ ਉਹ ਪੇਸ਼ ਕਰਨੇ ਹੁੰਦੇ ਨੇ। ਤਾਂ ਇਹ ਆਪਣਾ ਜਿਹੜਾ ਵਾਦ ਵਿਵਾਦ ਜਿਹੜਾ ਤਰੀਕਾ ਦਾ, ਜਿਹੜੀ ਪ੍ਰਤੀਯੋਗਿਤਾ ਜਾਂ ਵਿਚਾਰ ਪੇਸ਼ ਕਰਨ ਦਾ ਤਰੀਕਾ, ਉਹਦੇ ਵਿੱਚ ਲੜੀਬੱਧ ਤਰੀਕੇ ਨਾਲ ਵਿਚਾਰ ਪੇਸ਼ ਕਰਨੇ ਬਹੁਤ ਹੀ ਅਹਿਮ ਹੁੰਦੇ ਨੇ। ਤਾਂ ਸੋ ਅੱਜ ਦੇ ਲੈਕਚਰ ਵਿੱਚ ਆਪਣਾ ਜਿਹੜਾ ਵਾਦ ਵਿਵਾਦ ਪ੍ਰਤੀਯੋਗਿਤਾ ਦੀ ਆਪਾਂ ਗੱਲ ਕੀਤੀ, ਆਪਾਂ ਵਾਦ ਵਿਵਾਦ ਪ੍ਰਤੀਯੋਗਿਤਾ ਆਪਣੀ ਕੰਪਲੀਟ ਕਰ ਲਈ। ਆਪਣੀ ਜਿਹੜੀ ਇਹ ਲੈਂਗੁਏਜ ਐਕਟੀਵਿਟੀ ਸੀ, ਭਾਸ਼ਾ ਜਿਹੜੀ ਕਿਰਿਆ ਸੀ, ਡਿਬੇਟ ਵਾਦ ਵਿਵਾਦ ਜਿਹੜੀ ਕਿਰਿਆ ਸੀ ਉਹ ਆਪਣੀ ਕੰਪਲੀਟ ਹੋ ਗਈ ਆ। ਤਾਂ ਨੈਕਸਟ ਲੈਕਚਰ ਵਿੱਚ ਆਪਾਂ ਇੱਕ ਨੈਕਸਟ ਜਿਹੜੀ ਭਾਸ਼ਾ ਕਿਰਿਆ ਉਹਦੀ ਗੱਲ ਕਰਾਂਗੇ। ਤਾਂ ਇਸ ਲੈਕਚਰ ਵਿੱਚ ਇੰਨਾ ਹੀ। ਧੰਨਵਾਦ। ਹੈਵ ਅ ਨਾਈਸ ਡੇ।